किस्सा तो सुनाना है। जो मैंने बाकी डॉक्टर्स ने कहा जी ये तो वही केस है पुराने जो आए थे, चंडीगढ़ से आया था, एक फलाना जो आया वो वैसा ही केस है, ये तो आँख निकाल के पत्थर की डालनी पड़ेगी। उन्होंने मेरे सामने ही कह दिया। स्टेज है ना वो अगे रैंप होंगे बिचों आया साढ़े उत्थे कहना तो इतों पट्ठिया की परी लै के गाना गाते आना। अच्छा रैंप से फस गया मैं कहता गाना मैंने गाना बिल्कुल नहीं आता, मतलब मैं तुसी मैनू एक लाइन 10 बारी 20 बारी गवा लो अपने नाल, कल्ला गाऊँ नहीं गा सकूँगा। मैं कर मां भी नहीं कर सकता, मेन रोल सी। मैं बाहरों एवं वो तेरी कनक दी राखी मुंडिया मैं बहनती कि नहीं बंजे तो करता गलत नहीं करता। हमने मैं सोचा मैं ड्रामा सीख गाना सीख लवां, मैं नहीं मैं बल्कि एक टाइम से लोगों को कहता हुंदा सी आफ्टर 10th 10वीं पास होने तो बाद जिन्ने बच्चे हैं उन्होंने टैसट होना चाहिए ये किस तरह नहीं फिट है, ये इंजीनियरिंग फिट है। अपने आप मदर चाहती है मेरा मुंडा डॉक्टर इंजीनियर बने, प्यो चाहता मेरा डॉक्टर बने, बने बनने के लायक है कि नहीं पहले वही देखो। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਪੂਜਾ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ, ਠੀਕ ਠਾਕ, ਚੜ੍ਹਦੀ ਕਲਾ। ਤੇ ਤੁਹਾਨੂੰ ਪਤਾ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਕੌਣ ਆਏ ਨੇ? ਜੀ ਪਤਾ ਹੈ ਸੋ ਬਹੁਤੇ ਲੋਕਾਂ ਨੂੰ ਇਹ ਹੁੰਦਾ ਮਨ ਦੇ ਵਿੱਚ ਕਿ ਰੇਡੀਓ ਦੇ ਵਿੱਚ ਕਿਵੇਂ ਐਂਟਰੀ ਲੈਣੀ ਹੈ ਜਾਂ ਐਕਟਿੰਗ ਫੀਲਡ ਦੇ ਵਿੱਚ ਕਿਵੇਂ ਐਂਟਰੀ ਲੈਣੀ ਹੈ। ਜਿਹੜੇ ਐਕਟਰਸ ਨੇ ਜਾਂ ਫਿਰ ਰੇਡੀਓ ਤੇ ਬੋਲਣ ਵਾਲੇ ਐਂਕਰਸ ਨੇ ਉਹ ਕਿਸ ਤਰੀਕੇ ਦੇ ਨਾਲ ਬੋਲਦੇ ਨੇ, ਵੇਰੀਏਸ਼ਨਸ ਕਿਵੇਂ ਦਿੰਦੇ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਕਹਿ ਰਹੀ ਹਾਂ ਨਾ, ਇਹ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਜਿਹੜੇ ਮਹਿਮਾਨ ਅੱਜ ਸਾਡੇ ਇੱਥੇ ਮੌਜੂਦ ਨੇ ਸਟੂਡੀਓ ਵਿੱਚ ਇਹ ਉਹਨਾਂ ਦੇ ਨਾਲ ਰਿਲੇਟ ਕਰਦੀਆਂ ਨੇ ਤੇ ਉਹਨਾਂ ਦੇ ਕੋਲੋਂ ਅੱਜ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਣ ਵਾਲਾ ਹੈ। ਸੋ ਸਾਡੇ ਸਟੂਡੀਓ ਵਿੱਚ ਇਸ ਵੇਲੇ ਮੌਜੂਦ ਨੇ ਆਲ ਇੰਡੀਆ रेडियो ਦੇ ਸਟੇਸ਼ਨ ਹੈਡ, ਰਿਟਾਇਰਡ ਸਟੇਸ਼ਨ ਹੈਡ ਵਿਨੋਦ ਧੀਰ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ, ਬਹੁਤ-ਬਹੁਤ ਸ਼ੁਕਰੀਆ ਸਰ। ਸਿਹਤਾਂ ਕਿਵੇਂ ਸਭ ਤੋਂ ਪਹਿਲਾਂ ਦੱਸੋ। ਇਸ ਉਮਰ 'ਚ ਸਿਹਤਾਂ ਕੀ ਹੋਣੀ ਹੈ ਜੀ। ਮੈਂ I'm 76 at present। ਅੱਛਾ ਜੀ। तो इस सेहत तो की हो सकती पर ਤੁਸੀਂ ਇਸ ਵੇਲੇ ਵੀ ਤਾਂ ਲੱਗ ਨਹੀਂ ਰਹੇ ਹੋ ਕਿ 76 ਦੇ ਹੋ ਗੱਲਬਾਤ ਕਰਨ ਦੇ ਤਰੀਕੇ ਤੋਂ, ਕਿਉਂਕਿ ਜਿਹੜਾ ਇੱਕ ਆਰਟਿਸਟ ਹੁੰਦਾ ਨਾ, ਆਰਟਿਸਟ ਚਾਹੇ ਉਮਰ ਜਿੰਨੀ ਮਰਜ਼ੀ ਹੋ ਜਾਵੇ ਪਰ ਕਦੇ ਇਦਾਂ ਨਹੀਂ ਲੱਗੂਗਾ ਕਿ ਬੁੱਢਾ ਹੋ ਗਿਆ। ਹੌਸਲਾ ਵਧਾ ਰਹੇ ਨਹੀਂ ਸਰ, ਇਹ ਸੱਚ ਕਹਿ ਰਹੇ ਨੇ, ਹੌਸਲਾ ਨਹੀਂ ਵਧਾ ਰਹੇ, ਬਿਲਕੁਲ ਠੀਕ ਕਹਿ ਰਹੇ ਨੇ। ਸੋ ਸਰ ਆਪਣਾ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜ਼ਰੂਰ ਜੀ। ਪਹਿਲਾਂ ਤਾਂ ਰੇਡੀਓ ਦੇ ਬਾਰੇ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਰੇਡੀਓ ਦੇ ਵਿੱਚ ਤੁਸੀਂ ਮਤਲਬ ਸਟੇਸ਼ਨ ਹੈਡ ਰਹੇ ਹੋ। ਸੋ ਇਹ ਸਫ਼ਰ ਜਿਹੜਾ ਹੈ ਕਦੋਂ ਸ਼ੁਰੂ ਹੋਇਆ ਸੀ ਤੇ ਕਿੰਨੇ ਸਾਲ ਫਿਰ ਰੇਡੀਓ ਦੀ ਡਿਊਟੀ ਕੀਤੀ? ਇਹ ਸਫ਼ਰ ਬਹੁਤ ਲੰਬਾ ਹੈ ਜੀ ਤੇ ਇਹ ਸਮਝ ਲਓ ਵੀ ਮੇਰੀ ਕਿਸਮਤ ਸੀ ਵੀ ਮੇਰਾ ਸ਼ੌਕ ਸੀ ਡਰਾਮਾ, ਉਹਦੇ ਕਰਕੇ ਮੈਨੂੰ ਇਹ ਜੌਬ ਮਿਲ ਗਈ। ਅਦਰਵਾਈਜ਼ ਮੈਂ ਤਾਂ ਸਿਰਫ ਸਟੇਜ ਔਰ ਬਹੁਤ ਪਹਿਲਾਂ ਦੀ ਗੱਲ ਆ ਦੱਸਾਂਗੇ ਕੀ ਚੇਂਜ ਕੀਤੀ, ਫਿਲਮਾਂ ਵਗੈਰਾ ਜਾਣਾ ਚਾਹੁੰਦਾ ਸੀ, ਟੂ ਬੀ ਵੈਰੀ ਫਰੈਂਕ। ਅੱਛਾ ਜੀ। ਤੇ ਮੈਂ ਥੀਏਟਰ ਤੋਂ ਆਪਣੀ ਲਾਈਫ ਸ਼ੁਰੂ ਕੀਤੀ ਸੀ। ਹਾਂ, ਰੇਡੀਓ 'ਚ ਇਹ ਹੈ ਵੀ ਮੈਨੂੰ ਜੌਬ ਮਿਲ ਗਈ ਐਜ਼ ਅਨਾਊਂਸਰ। 72 ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਐਜ਼ ਅਨਾਊਂਸਰ ਤੇ ਮੈਨੂੰ ਇਹਨਾਂ ਨੇ ਚੰਡੀਗੜ੍ਹ ਲਗਾ ਦਿੱਤਾ, ਚੰਡੀਗੜ੍ਹ ਸਟੇਸ਼ਨ 'ਤੇ। ਇਹ ਉਦੋਂ ਦੀ ਗੱਲ ਹੈ ਜਦੋਂ ਵਿਵਿਧ ਭਾਰਤੀ ਸ਼ੁਰੂ ਕੀਤਾ ਗਿਆ। ਅੱਛਾ। ਆਪਣੇ ਪਹਿਲਾਂ ਤਾਂ ਸਲੂਨ 'ਚ ਹੁੰਦਾ ਸੀ ਨਾ ਜਿਹੜਾ ਐਡ ਵਗੈਰਾ ਦਾ ਕੰਮ। ਜੀ ਜੀ। ਇਸ ਵੇਲੇ ਫਿਰ ਇੰਦਰਾ ਗਾਂਧੀ ਜੀ ਇਹ ਸੀਗੇ ਮਿਨਿਸਟਰ ਆਫ ਇਨਫੋਰਮੇਸ਼ਨ ਬ੍ਰੌਡਕਾਸਟਿੰਗ, ਇਹਨਾਂ ਨੇ ਇਹ ਸਟੈਪ ਲਿੱਤਾ ਔਰ ਫਿਰ ਐਡ ਵਗੈਰਾ ਤੋਂ ਆਉਣ ਲੱਗ ਪਈਆਂ। ਫਿਰ ਵਿਵਿਧ ਭਾਰਤੀ ਸ਼ੁਰੂ ਹੋਇਆ ਸੀ ਜੀ। ਉਦੋਂ ਕੁਝ ਵੈਕੈਂਸੀਜ਼ ਨਿਕਲੀਆਂ, ਮੈਂ ਅਪਲਾਈ ਕੀਤਾ ਤੇ ਮੇਰੀ ਸਿਲੈਕਸ਼ਨ ਹੋ ਗਈ। ਅੱਛਾ, ਮਤਲਬ ਤੁਸੀਂ ਸ਼ੁਰੂਆਤੀ ਦਿਨਾਂ ਦੇ ਨਾਲ ਵਿਵਿਧ ਭਾਰਤੀ ਦੇ 72 ਤੋਂ ਸ਼ੁਰੂ। ਕੀ ਬਾਤ ਜੀ। 72 ਤੋਂ 82 ਤੱਕ ਮੈਂ ਅਨਾਊਂਸਰ ਰਿਹਾ। ਅੱਛਾ। 82 ਤੋਂ ਕਹਿ ਲਓ 72 ਤੋਂ 78 ਤੱਕ ਮੈਂ ਚੰਡੀਗੜ੍ਹ, 78 ਤੋਂ 80 ਤੱਕ ਮੈਂ ਰੇਡੀਓ ਕਸ਼ਮੀਰ ਜੰਮੂ। ਉਸ ਤੋਂ ਬਾਅਦ ਦੁਬਾਰਾ ਫਿਰ ਵਾਪਸ ਆ ਗਿਆ 2 ਸਾਲ ਲਈ ਚੰਡੀਗੜ੍ਹ ਹੀ। ਫਿਰ ਮੇਰੀ ਸਿਲੈਕਸ਼ਨ ਹੋ ਗਈ ਰੇਡੀਓ ਡਰਾਮਾ ਪ੍ਰੋਡਿਊਸਰ ਦੀ। ਅੱਛਾ ਜੀ। ਉਹ ਮੇਰੀ ਅਪਾਇੰਟਮੈਂਟ ਹੋਈ ਜਲੰਧਰ ਸਟੇਸ਼ਨ 'ਤੇ। 82 'ਚ ਮੈਂ ਜੁਆਇਨ ਕੀਤਾ। ਅੱਛਾ। ਹਾਲਾਂਕਿ ਇਹ ਤੋਂ ਪਹਿਲਾਂ ਮੈਂ ਜਲੰਧਰ ਸਟੇਸ਼ਨ ਨਾਲ ਮੇਰੇ ਤਲਕਾ ਸੀਗੇ। ਮੈਂ ਐਸ ਕੈਜੂਅਲ ਡਰਾਮਾ ਆਰਟਿਸਟ 1967 ਤੋਂ ਸੀ ਇੱਥੇ ਦਾ। ਜੀ। ਕੈਜੂਅਲ ਡਰਾਮਾ ਆਰਟਿਸਟ ਰਿਹਾ, ਕੈਜੂਅਲ ਅਨਾਊਂਸਰ ਵੀ ਰਿਹਾ ਕਾਫੀ ਦੇਰ।
फिर मैं रेगुलरली इतने ज्वाइन किया एज प्रोड्यूसर ड्रामा और 12 साल 94 तक मैं इतने रहा जी और ड्यूरिंग माई दैट टेन्योर आई प्रोड्यूस्ड अबाउट 1000 plays and humorous skits. वाह Hindi plays, Punjabi plays, Sanskrit plays, जी and national program plays जी। and humorous skits in Punjabi and Hindi both. जी ਇਹ ਸਫ਼ਰ ਤਾਂ ਬਾਲਾ ਹੀ ਲੰਬਾ ਰਿਹਾ ਹੈ ਨਾ ਚੰਗੀ ਗੱਲ ਹੈ ਕਿ ਮਾੜੀ ਗੱਲ ਤਾਂ ਨਹੀਂ ਨਹੀਂ ਬਹੁਤ ਚੰਗੀ ਗੱਲ ਸਰਕਾਰੀ ਹੈ ਨੌਕਰੀ ਸੀ ਬਹੁਤ ਵਧੀਆ ਗੱਲ ਹੈ ਸਰ ਸਰ ਆਪਾਂ ਨਾ ਬਿਲਕੁਲ ਤੁਸੀਂ ਚਾਹੁੰਦੇ ਸੀ ਮੈਨੂੰ ਕੱਢ ਦਿੰਦੇ ਵਿੱਚੋਂ ਜਾਂ ਮੈਂ ਕੋਈ ਐਸੀ ਗਲਤੀ ਕਰਦਾ ਵੀ ਮੈਂ ਕਹਿੰਦੇ ਮਾਫ ਕਰੋ ਜੀ ਜਾਓ ਨਹੀਂ ਨਹੀਂ ਬੜੀ ਇਹ ਤਾਂ ਸਰਕਾਰੀ ਨੌਕਰੀ ਸੀ ਔਰ ਫਿਰ ਹੁਣ ਜਦੋਂ ਅਸੀਂ ਲਾਈਨ ਪਕੜੀ ਲਈ ਇਹ ਤਾਂ ਫਿਰ ਪੂਰੀ ਮਿਹਨਤ ਦਾ ਕੰਮ ਕੀਤਾ ਫਿਰ ਅਸੀਂ ਬਿਲਕੁਲ ਇਹ ਤਾਂ ਤੁਹਾਡੀ ਮਿਹਨਤ ਹੀ ਹੈ ਕਿ ਇੰਨਾ ਲੰਮਾ ਸਮਾਂ ਤੁਸੀਂ ਨੌਕਰੀ ਕੀਤੀ ਹੈ ਤੇ ਚੰਗੀ ਨੌਕਰੀ ਨਿਭਾਈ ਹੈ ਸਰ ਤੇ ਆਪਾਂ ਨਾ ਬਿਲਕੁਲ ਸਟਾਰਟਿੰਗ ਤੋਂ ਸ਼ੁਰੂ ਕਰਦੇ ਹਾਂ ਜਦੋਂ ਤੁਹਾਨੂੰ ਐਜ਼ ਅ ਅਨਾਉਂਸਰ ਮਿਲ ਗਈ ਸੀ ਜੌਬ ਵਿਵਿਧ ਭਾਰਤੀ ਦੇ ਵਿੱਚ ਕਿਉਂਕਿ ਸ਼ੁਰੂਆਤ ਦੇ ਦਿਨਾਂ ਤੋਂ ਤੁਸੀਂ ਨਾਲ ਹੋ ਤੇ ਅਸੀਂ ਨਾ ਉਹ ਜਾਣਨਾ ਚਾਹੁੰਦੇ ਹਾਂ ਕਿ ਉਹ ਸਮਾਂ ਕਿੱਦਾਂ ਦਾ ਸੀਗਾ ਕਿਉਂਕਿ ਹੁਣ ਇਸ ਵੇਲੇ ਤਾਂ ਅਸੀਂ ਸੁਣਦੇ ਆ ਆਕਾਸ਼ਵਾਣੀ ਨੂੰ ਵਿਵਿਧ ਭਾਰਤੀ ਨੂੰ ਪਰ ਉਸ ਵੇਲੇ ਕਿੱਦਾਂ ਦਾ ਹੁੰਦਾ ਸੀਗਾ ਕਿਹੜੇ ਤਰੀਕੇ ਦੇ ਪ੍ਰੋਗਰਾਮ ਉੱਥੇ ਆਉਂਦੇ ਹੁੰਦੇ ਸੀ ਗੱਲ ਇਹ ਸੀ ਵੀ ਜਿਸ ਫੈਮਿਲੀ ਨੂੰ ਮੈਂ ਬਿਲੋਂਗ ਕਰਦਾ ਮੇਰੇ ਅੰਕਲਸ ਵਗੈਰਾ ਵੈਲ ਆਫ ਸੀ ਇੰਜੀਨੀਅਰ ਸੀ ਸਭ ਮੇਰੇ ਗ੍ਰੈਂਡਫਾਦਰ ਜਾਂ ਫਾਦਰ ਵਗੈਰਾ ਚਾਹੁੰਦੇ ਸੀ ਵੀ ਮੈਂ ਵੀ ਕੋਈ ਇਸ ਤਰ੍ਹਾਂ ਕਰਾਂ ਪਰ ਮੇਰਾ ਮਨ ਸ਼ੁਰੂ ਤੋਂ ਹੀ ਥੀਏਟਰ ਵੱਲ ਸੀ ਜੀ ਫਰੋਮ ਮਾਈ ਸਕੂਲ ਡੇਜ਼ ਇਵਨ ਕਾਲਜ ਡੇਜ਼ ਤੱਕ ਬਹੁਤ ਜ਼ਿਆਦਾ ਤੇ ਫਿਰ ਮੈਂ ਸੋਚਿਆ ਮੈਨੂੰ ਬੇਸ਼ੱਕ ਨੌਕਰੀ ਛੋਟੀ ਹੈ ਉਸ ਤੋਂ ਬਹੁਤ ਵੱਡੀ ਨੌਕਰੀ ਨਹੀਂ ਗਿਣੀ ਜਾਂਦੀ ਸੀ ਜੀ ਤੇ ਪਰ ਮੇਰੇ ਸ਼ੌਕ ਦੀ ਨੌਕਰੀ ਹੈ ਮੈਂ ਇੰਟਰਵਿਊ ਦੇ ਦਿੱਤਾ ਇੰਟਰਵਿਊ 'ਚ ਮੈਂ ਪਾਸ ਹੋ ਗਿਆ ਉਧਰ ਮੈਂ ਐਮਏ ਜੁਆਇਨ ਕੀਤੀ ਸੀ ਦੋਬਾ ਕਾਲਜ ਇੱਥੇ ਜੀ ਕਿਉਂਕਿ ਨੌਕਰੀ ਮਿਲ ਜਾਣੀ ਹੈ ਐਮਏ ਹੁਣ ਕਿੱਥੇ ਹੋਣੀ ਹੈ ਐਮਏ ਮੈਂ ਛੱਡ ਦਿੱਤੀ ਅੱਛਾ ਇੱਧਰੋਂ ਇਹਨਾਂ ਨੇ ਮੈਨੂੰ ਨੌਕਰੀ ਦੇਣ 'ਚ ਇਹਨਾਂ ਦੀ ਆਪਸ ਟੈਕਨੀਕਲ ਗੱਲ ਸੀ ਉਹਦੇ ਕਰ ਦੇਰ ਕਰ ਦਿੱਤੀ ਮੈਂ ਕਰਾਂ ਕਈ ਮੈਂ ਬਿਲਕੁਲ ਐਮਏ ਛੱਡ ਬੈਠਾ ਹਾਂ ਇੱਥੇ ਨੌਕਰੀ ਮਿਲ ਨਹੀਂ ਰਹੀ ਤੇ ਮੈਂ ਫਿਰ ਸੋਚਿਆ ਮੇਰੇ ਇੱਕ ਫਰੈਂਡ ਸੀ ਬੜੇ ਵੱਡੇ ਸ਼ਾਇਰ ਨਾਮ ਸੁਣਿਆ ਹੋਊਗਾ ਸੁਦਰਸ਼ਨ ਫਾਕਿਰ ਜੀ ਜਿਨ੍ਹਾਂ ਨੂੰ ਜਗਜੀਤ ਨੇ ਮੇਰੇ ਕੋਲ ਮੋਰ ਦੈਨ 40 ਗਜ਼ਲਸ ਉਹਨਾਂ ਦੀਆਂ ਗਾਈਆਂ ਅੱਛਾ ਜੀ ਉਹਨਾਂ ਦੀ ਬਹੁਤ ਮਸ਼ਹੂਰ ਨਜ਼ਮ ਹੈ ਜਿਹਦੀ ਗਾਏ ਬਿਨਾ ਉਹਦਾ ਕੰਸਰਟ ਨਹੀਂ ਪੂਰਾ ਹੁੰਦਾ ਸੀ ਜਗਜੀਤ ਸਿੰਘ ਜੀ ਦਾ ਲੋਕ ਸਿਫਾਰਿਸ਼ ਕਰਦੇ ਸੀ ਵਾਰ-ਵਾਰ ਉਹਦੇ ਕੁਝ ਲਾਈਨਾਂ ਇਸ ਤਰ੍ਹਾਂ ਸੀ ਐਗਜ਼ੈਕਟ ਨਾ ਯਾਦ ਸ਼ਾਇਰੀ ਦੇ ਵਿੱਚ ਇੱਕ ਲਫ਼ਜ਼ ਦੂਰ ਹੋ ਜਾਣਾ ਗੜਬੜ ਹੋ ਜਾਂਦੀ ਹੈ ये दौलत भी ले लो ये शोहरत भी ले लो भले छीन लो मुझसे मेरी जवानी मगर लौटा दो वो बचपन मेरा वो कागज़ की कश्ती बारिश का पानी ਕੀ ਬਾਤ ਹੈ तो उन्होंने मैंने क्या हेल्प विद द रेडियो जॉब कम ओवर टू बॉम्बे आई हैव गॉट ए जॉब फॉर यू मैं आई वेंट देयर पहुंच गए ਉੱਥੇ ਨੈਕਸਟ ਸਟੇਜ ਮੈਂ ਪਹੁੰਚਿਆ ਤੇ ਉਸ ਦਿਨ ਮੈਨੂੰ ਯਾਦ ਆ ਵੀ ਮੀਨਾ ਕੁਮਾਰੀ ਜੀ ਦੀ ਡੈਥ ਹੋਈ ਸੀ ਅੱਛਾ ਜੀ ਤੇ ਮਜ਼ਾਕ ਕਰਨ ਲੱਗ ਪਏ ਵੀ ਆਉਂਦੇ ਹੀ ਇੱਦਾਂ ਦਾ ਕੰਮ ਕਰਦੇ ਤੁਸੀਂ ਐਨੀ ਹਾਊ ਫਿਰ ਮੈਨੂੰ ਕਹਿੰਦੇ ਅੱਜ ਆਪਾਂ ਤੂੰ ਪਹੁੰਚਿਆ ਤੇ ਅੱਜ ਸਿਰਫ ਰੈਸਟ ਕਰ ਲੈ ਨੈਕਸਟ ਡੇ ਜੁਆਇਨ ਕਰਨੀ जी आफ्टर रीचिंग बॉम्बे आफ्टर टेकिंग रेस्ट फॉर वन डे आई ज्वाइन दैट रेडियो टाइम एजेंसी का नाम सी उनका ऑफिस था वर्ली नाका च और ਜਿਹੜਾ ਸਾਡਾ ਬੌਸ ਸੀ ਉਹ ਬੈਠਦਾ ਸੀ 에ਅਰ ਕੰਡੀਸ਼ਨ ਮਾਰਕੀਟ 'ਚ ਅੱਛਾ ਜੀ ਤੇ ਬੜਾ ਆਪਣੇ ਉਹ ਵੀ ਸ਼ੌਕ ਦਾ ਕੰਮ ਹੀ ਸੀ ਕਿ ਲਾਈਨ ਤਾਂ ਮੇਰੀ ਇਹੀ ਸੀ ਸਪਾਂਸਰ ਪ੍ਰੋਗਰਾਮ ਬਣਦੇ ਸੀ ਇੰਟਰਵਿਊ ਲਿੱਤਾ ਜਾਂਦਾ ਸੀ ਲੋਕਾਂ ਦਾ ਐਡਸ ਬਣਦੀਆਂ ਸੀ ਤੇ ਮੈਂ ਉੱਥੇ ਬੜੇ ਦਿਲ ਨਾਲ ਕੰਮ ਕੀਤਾ ਬੜਾ ਮਜ਼ਾ ਆ ਗਿਆ ਉਦੋਂ ਮੈਂ ਯੰਗ ਵੀ ਸੀ ਬਹੁਤ ਅੰਦਾਜ਼ਾ ਲਾ ਲਓ ਵੀ ਮੈਂ ਕਰ ਰਿਹਾ 72 ਦੀ ਗੱਲ ਹੀ ਕਰ ਰਿਹਾ ਜੀ ਉਸ ਵੇਲੇ ਮੈਂ 27 ਸਾਲਾਂ ਦਾ ਸੀ ਤੇ ਸੋਚਿਆ ਸੀ ਚਲੋ ਨਹੀਂ ਮਿਲਦੀ ਨੌਕਰੀ ਤੇ ਇੱਥੇ ਟਰਾਈ ਕਰ ਲੈਂਦੇ ਹਾਂ ਜੀ ਪਰ ਇੱਥੇ ਮੈਨੂੰ ਥੋੜ੍ਹਾ ਜਿਹਾ ਜ਼ਿੰਦਗੀ 'ਚ ਮੋੜ ਆਇਆ ਜਿਹੜਾ ਮੈਂ ਤੁਹਾਨੂੰ ਬਹੁਤ ਸ਼ਾਰਟ ਕਰਕੇ ਦੱਸਣਾ ਚਾਹੁੰਦਾ ਜੀ ਜੀ ਜਿਹੜੀ ਸ਼ਕਲ ਤੁਸੀਂ ਮੇਰੀ ਦੇਖ ਰਹੇ ਹੋ ਮੈਂ 76 ਸਾਲ ਦਾ ਹੋ ਗਿਆ ਹਾਂਜੀ ਔਰ ਕੋਈ ਅੱਛੇ ਬਹੁਤ ਕੰਮ ਨਹੀਂ ਕੀਤੇ ਜ਼ਿੰਦਗੀ 'ਚ ਮਤਲਬ ਬਹੁਤ ਅੱਛੇ ਖੁਰਾਕਾਂ ਨਹੀਂ ਖਾਧੀਆਂ ਆਪਣੀ ਸਿਹਤ ਨਾਲ ਲਾਪਰਵਾਹੀਆਂ ਕੀਤੀਆਂ ਇਸ ਕਰਕੇ ਸ਼ਕਲ ਹੈ ਉਸ ਵੇਲੇ ਮੇਰੇ ਕੋਲ ਫੋਟੋ ਵੀ ਹੈ ਪੁਰਾਣੀ ਦਿਖਾ ਵੀ ਸਕਦਾ ਉਦੋਂ ਮੈਂ ਸੱਚਮੁੱਚ ਮਤਲਬ ਤੁਸੀਂ ਕਹਿ ਸਕਦੇ ਹੋ ਹਾਂ ਐਕਟਰ ਬਣਦੇ ਲਾਇਕ ਸੀ ਬੰਦਾ ਤੇ ਮੈਂ ਲੇਕਿਨ ਮੈਨੂੰ ਇੱਕ ਬਹੁਤ ਵੱਡਾ ਸੈਟਬੈਕ ਬਣਿਆ ਜਿਹੜੀ ਮੈਨੂੰ ਸਾਰੀ ਜ਼ਿੰਦਗੀ ਦਾ ਇਕੁਏਸ਼ਨ ਬਣ ਸਕਦੀ ਹੈ ਅੱਛਾ ਜੀ ਸੈਟਬੈਕ ਵੀ ਮੈਂ ਉਸ ਜਾਣ ਤੋਂ ਪਹਿਲਾਂ ਮੇਰੀ ਅੱਖ ਦੇ ਵਿੱਚ ਬਹੁਤ ਵੱਡਾ ਨੁਕਸ ਆ ਗਿਆ ਸੀ ਅੱਛਾ ਇੱਕ ਅੱਖ ਦੀ ਰੋਸ਼ਨੀ ਜਾਂਦੀ ਰਹੀ ਸੀ ਲੈਫਟ ਦੀ ਮੇਰੀ ਉਹ ਅੱਛਾ ਤੇ ਪਤਾ ਲੱਗਾ ਬਹੁਤ ਸਾਰੇ ਜਿੰਨੇ ਬੈਸਟ ਉਸ ਵੇਲੇ ਸੀਗੇ ਸਰਜਨਸ ਆਈ ਦੇ ਸਾਰੇ ਪੰਜਾਬ ਦੇ ਸਭ ਨੂੰ ਦਿਖਾਇਆ ਉਹਨੇ ਕਿਹਾ ਇਸ ਵੈਰੀ ਰੇਅਰ ਕੇਸ ਇਟਸ ਅ ਕੇਸ ਆਫ ਪੈਰਾਸਾਈਟਿਕ ਸਿਸਟ ਓਕੇ ਉਹਦੇ ਆਪਰੇਸ਼ਨ ਲਈ ਮੈਨੂੰ ਸਭ ਹਸਪੀਟਲ ਛੱਡ ਕੇ ਸੀਤਾਪੁਰ ਇੱਕ ਬਹੁਤ ਵੱਡਾ ਹਸਪੀਟਲ ਜਿੱਥੋਂ ਜਾਣਾ ਪਿਆ ਜੀ ਉਹ ਮਾਈ ਵਾਸ ਲੱਕੀ ਦੈਟ ਸਿਸਟ ਵਾਸ ਔਨ ਰੈਟੀਨਾ ਓਕੇ ਉਹਨਾਂ ਨੇ ਅੱਖ ਉਟਾ ਕੇ ਜੋ ਆਪਰੇਸ਼ਨ ਕੀਤਾ ਤੇ ਉਹਨਾਂ ਨੇ ਰਿਮੂਵ ਕਰਤਾ ਅੱਖ ਠੀਕ ਹੋ ਗਈ ਲੇਕਿਨ ਇਸ ਅੱਖ ਦੀ ਆਈਸਾਈਟ ਇਹਨਾਂ ਬਹੁਤ ਘੱਟ ਸੀ ਸਾਰੇ ਰਾਈਟ ਨਾਲੋਂ ਇਹ ਲੇਜ਼ੀ ਆਈ ਬਣ ਗਈ ਜੀ ਤੇ ਤੁਸੀਂ ਧਿਆਨ ਨਾਲ ਦੇਖੋਗੇ ਬਹੁਤ ਧਿਆਨ ਨਾਲ ਜੇ ਟਾਈਟ ਕਲੋਜ਼ਅਪ ਦੇਖੋ ਹਲਕਾ ਜਿਹਾ ਫਰਕ ਆ ਗਿਆ ਜੀ ਉਦੋਂ ਮੈਨੂੰ ਜ਼ਿੰਦਗੀ 'ਚ ਇੰਨੀ ਸੈਟਬੈਕ ਪਹੁੰਚੀ ਇਸ ਵੇਲੇ ਕਿੱਸਾ ਤੁਹਾਨੂੰ ਸੁਣਾਉਣਾ ਜੀ ਜਦੋਂ ਮੈਨੂੰ ਬਾਕੀ ਡਾਕਟਰਸ ਨੇ ਕਿਹਾ ਜੀ ਇਹ ਤਾਂ ਉਹੀ ਕੇਸ ਹੈ ਪੁਰਾਣੇ ਜੋ ਆਏ ਥੇ
एक चंडीगढ़ से आया था, एक फलाना जगह, वो वैसा ही केस है, ये तो आँख निकाल के पत्थर की डालनी पड़ेगी। उन्होंने मेरे सामने ही कह दिया। मैं अपने डॉक्टर को चला गया, वो ਖਾਣਾ ਖਾਣਾ ਨਾ ਸੀ ਉਹਦੇ ਘਰ ਨੂੰ, ਅਸੀਂ ਉੱਥੇ ਹੋਸਟਲ 'ਚ ਕਮਰਾ ਲੈ ਰਹੇ ਸੀ ਮੇਰੇ ਮਦਰ ਨਾਲ ਸੀ ਅਸੀਂ। ਮੈਂ ਉਹ ਦੁਕਾਨ ਦੇ ਘਰ ਜਾ ਕੇ ਖੜਾ ਹੋ ਗਿਆ, डॉक्टर पावा ਸੀਗੇ, वो आए, कहते क्या कर रहे हो भाई? मैं कहा डॉक्टर साहब आपसे एक रिक्वेस्ट करनी है। कहते क्या? मैंने कहा जब आपने उनके पास भेजा था कंसल्ट करने के लिए दूसरे डॉक्टर के पास, उन्होंने ऐसा कहा है ये तो आँख निकाल कर पत्थर की डालनी पड़ेगी, कोई ऐसे केस पहले भी 2 आए हैं, तुम क्या कहते हो? मैं कहा जी मैं ये कहता हूँ बेशक आई साइड ना आए, आँख मेरी। कहता जाओ भगवान का नाम लो। मैं आ गया, कोइंसिडेंटली इट वाज ऑन रेटिना, तो वो निकल गया जे विट्रस ਹੁੰਦਾ ਫਿਰ ਨਹੀਂ ਨਿਕਲਣਾ ਸੀ ਜੀ। ਉਹਦੇ ਕਰਕੇ ਜਦੋਂ ਅੱਖ ਥੋੜੀ ਹੋਈ ਤੇ ਮੇਰਾ ਜ਼ਿੰਦਗੀ ਦਾ ਸਭ ਬੇਸ ਹੀ ਹਿਲ ਗਿਆ। ਮੈਂ ਕਹਿੰਦਾ ਸੀ ਸੱਚਮੁੱਚ ਉਸ ਬਾਅਦ ਮੈਂ ਥੋੜੀ ਜ਼ਿੰਦਗੀ ਸੋਚਿਆ ਵੀ ਹੁਣ ਕੋਈ ਫਿਲਮਾਂ ਵਾਲਾ ਚੱਕਰ ਤਾਂ ਹੋ ਹੀ ਨਹੀਂ ਸਕਦਾ। ਬਿਲਕੁਲ ਥੋੜੀ ਡਾਇਰੈਕਸ਼ਨ ਵੱਲ ਮਨ ਹੋਇਆ ਔਰ ਰੱਬ ਨੇ ਅਸੀਂ ਸਹਾਇਤਾ ਕੀਤੀ, ਰੇਡੀਓ ਨੌਕਰੀ ਮਿਲ ਗਈ। ਉੱਥੇ ਅੱਖਾਂ ਦਾ ਫਰਕ ਹੀ ਕੋਈ ਨਹੀਂ ਸੀ, ਟੀਵੀ ਨਹੀਂ ਸੀ, ਉੱਥੇ ਆਵਾਜ਼ ਆਉਣੀ ਸੀ। ਫਿਰ ਵਾਸਤੇ ਮੈਂ ਫਿਰ ਦਿਲ ਨਾਲ ਨੌਕਰੀ ਕਰਨੀ ਸ਼ੁਰੂ ਕਰ ਜੀ। मतलब मैं अपनी मूँह की तारीफ नहीं करना चाहता, मैं ऐसे इन्ने अच्छे प्ले प्रोड्यूस किए जलंधर का 9 सी डायरैक्टर के भी हाँ। और अज तक ये स्टेशन जलंधर स्टेशन नूं एक अवार्ड्स है, आकाशवाणी अवार्ड्स हैं, वो डिफरेंट कैटेगरी च है, ड्रामे च है, म्यूजिक च अलग अलग। वो 1972 इंसैप्शन हुई सी अवार्ड्स की। अज तक 72 तो ला के अज तक एक बारी रेडियो ड्रामे कैटेगरी जलंधर नूं फर्स्ट प्राइज दे रहा। वो मेरा ड्रामा सी कुमार स्वामी। क्या बात। नवनीत बहल, नरिंਦਰ ਬਹਿਲ ਹੈਡ ਆਫ ਦੀ ਡਿਪਾਰਟਮੈਂਟ ਸੀ ਪੰਜਾਬੀ ਸੀ ਪਟਿਆਲਾ ਡਰਾਮੇ ਦੀ, ਉਹਦਾ ਲਿਖਿਆ ਪਲੇ ਸੀ ਕੁਮਾਰ ਸਵਾਮੀ। ਅੱਜ ਤੱਕ ਇੱਕ ਵਾਰੀ ਜਲੰਧਰ ਸਟੇਸ਼ਨ ਨੂੰ ਇਸ ਕੈਟੇਗਰੀ 'ਚ ਇਨਾਮ ਮਿਲੇ। ਜੀ ਵਾਹ ਸਰ, ਗੱਲਾਂ ਬਾਤਾਂ ਹੋਰ ਵੀ ਬਹੁਤ ਨੇ, ਪਰ ਇੱਥੇ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਅੱਜ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਮੌਜੂਦ ਨੇ ਆਲ ਇੰਡੀਆ ਰੇਡੀਓ ਦੇ ਰਿਟਾਇਰਡ ਸਟੇਸ਼ਨ ਹੈਡ। ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਤੇ ਗੱਲ ਕਰਦੇ ਹਾਂ ਸਰ ਤੁਹਾਡੇ ਪਹਿਲੇ ਦਿਨ ਦੇ ਬਾਰੇ, ਜਿਸ ਦਿਨ ਤੁਸੀਂ ਰੇਡੀਓ ਜੁਆਇਨ ਕੀਤਾ ਸੀਗਾ ਐਜ਼ ਐਨ ਅਨਾਉਂਸਰ। ਤੇ ਉਦੋਂ ਕਿੱਦਾਂ ਦਾ ਐਕਸਪੀਰੀਅੰਸ ਸੀ? ਪਹਿਲੇ ਦਿਨ ਬੜਾ ਡਰ ਹੁੰਦਾ ਹੈ ਦਿਲ ਦੇ ਵਿੱਚ, ਕਿੱਦਾਂ ਟੈਕਲ ਕਰਨਾ ਸਾਰੀਆਂ ਚੀਜ਼ਾਂ ਨੂੰ, ਤੇ ਕਿਵੇਂ ਦਾ ਮਾਹੌਲ ਸੀਗਾ? ਡਰ ਵਾਲੀ ਗੱਲ ਕੋਈ ਨਹੀਂ ਸੀ ਕਿਉਂਕਿ ਕਾਲਜ ਦੇ ਵਿੱਚ ਮੈਂ ਇੰਨੇ ਪਲੇ ਕਰ ਚੁੱਕਾ ਸੀ, ਮੈਨੂੰ ਕੋਈ ਕਿਸੇ ਸਾਹਮਣੇ ਬੋਲਣਾ ਕੋਈ ਐਸੀ ਗੱਲ ਨਹੀਂ ਸੀ। ਪਰ ਜੌਬ ਨਵੀਂ ਸੀ, ਆਟੋਮੈਟਿਕਲੀ ਅਸੀਂ 8-9 ਅਨਾਉਂਸਰ ਸੀ ਜਦੋਂ ਜੁਆਇਨ ਕੀਤਾ। ਤੇ ਹਰ ਇੱਕ ਦਾ ਆਪਸ 'ਚ ਕੰਪੀਟੀਸ਼ਨ ਹੁੰਦਾ, ਹਰ ਇੱਕ ਅਨਾਉਂਸਰ ਦਾ ਆਪਣਾ ਸਟਾਈਲ ਹੁੰਦਾ ਤੇ ਬੇਸ਼ੱਕ ਸਾਹਮਣੇ ਨਹੀਂ ਆਉਂਦਾ ਪਰ ਵਿੱਚੋਂ ਆਪਣੇ ਮਾਈਂਡ ਦੇ ਪਿੱਛੇ ਤਾਂ ਹੁੰਦਾ ਵੀ ਮੈਂ ਉਹਨੂੰ ਅੱਛਾ ਬੋਲਣਾ ਹੈ, ਉਹਨੂੰ ਬੈਟਰ ਬੋਲਣਾ ਹੈ। ਲੋਕਾਂ ਦੀ ਪਤਾ ਆਪਣੇ ਰਿਐਕਸ਼ਨ ਵੀ ਆਉਂਦੇ ਆ, ਰਾਈਟਰਸ ਆਉਂਦੇ ਆ ਵੀ ਇਸ ਪ੍ਰੋਗਰਾਮ ਸੁਣਿਆ ਉਹਦਾ ਚੰਗਾ ਸੀ। ਤੇ ਸਾਡੇ ਆਪਣੇ ਹਰ ਅਨਾਉਂਸਰ ਦੇ ਆਪਣੇ ਫੈਨ ਸੀ, ਚਿੱਠੀਆਂ ਆਉਣੀਆਂ। ਹੁਣ ਮੇਰਾ ਸਟਾਈਲ ਇਹ ਸੀ ਵੀ ਮੈਂ ਥੋੜ੍ਹੀ ਜਿਹੀ ਆਪਣੀ ਉਰਦੂ ਉੱਦਾਂ ਦਾ ਪੜ੍ਹਿਆ ਲਿਖਿਆ ਨਹੀਂ ਸੀ, ਉਹੀ ਹਿੰਦੀ ਸਾਡੇ ਲੋਕਾਂ ਨੂੰ ਪੜ੍ਹਿਆ, ਪਰ ਮੈਂ ਉਰਦੂ ਸਿੱਖ ਲਿਆ ਸੀ। ਉਰਦੂ ਸਹੀ ਬੋਲਣਾ, ਉਰਦੂ ਸਹੀ ਬੋਲਣਾ ਬਹੁਤ ਔਖਾ ਹੁੰਦਾ ਸੀ। ਮੈਂ ਸ਼ੇਰ ਬਹੁਤ ਯਾਦ ਸੀ, ਮੈਂ ਕਿਸੇ ਗਾਣੇ ਪਹਿਲਾਂ ਸ਼ੇਰ ਬੋਲਣਾ ਲੋਕਾਂ ਨੂੰ ਬਹੁਤ ਪਸੰਦ ਆਉਣਾ, ਕਾਫੀ ਮਿਹਨਤ ਕਰਦੇ ਸੀ, ਐਸੀ ਗੱਲ ਨਹੀਂ। ਤੇ ਪਰ ਉਹ ਵੀ ਉਹਨਾਂ ਦਿਨਾਂ 'ਚ ਮੈਂ ਡਰਾਮੇ ਵੀ ਸ਼ੁਰੂ ਕਰਤੇ ਸੀ, ਟੈਗੋਰ ਥੀਏਟਰ ਸੀ ਚੰਡੀਗੜ੍ਹ 'ਚ। ਮੈਨੂੰ ਜਗ੍ਹਾ ਮਿਲ ਗਈ, ਚਲੋ ਪਲੇ ਕਰਦੇ ਹਾਂ। ਤੇ ਮੈਂ ਇੰਨਾ ਬਿਜ਼ੀ ਹੋ ਗਿਆ ਸੀ, ਕੋਈ ਹਰ ਗਰੁੱਪ ਮੈਨੂੰ ਲੈ ਲੈਂਦਾ ਸੀ। ਸਵੇਰੇ ਅਸਲ ਹੋ ਰਹੀ ਹੈ, ਸ਼ਾਮ ਨੂੰ ਹੋ ਰਹੀ ਹੈ। ਸਾਡੀ ਡਿਊਟੀਜ਼ ਹੁੰਦੀਆਂ, ਇਹਨੂੰ ਕਹਿੰਦੇ ਆ ਸ਼ਿਫਟ ਡਿਊਟੀਜ਼, ਮਾਰਨਿੰਗ, ਦੁਪਹਿਰ ਦੀ, ਰਾਤ ਦੀ। ਉਹ ਕਈ ਵਾਰੀ ਮੈਂ ਲੇਟ ਹੋ ਜਾਣਾ, ਮੈਨੂੰ ਮੀਮੋ ਸਭ ਤੋਂ ਜ਼ਿਆਦਾ ਮਿਲਦੇ ਸੀ ਕਿਉਂਕਿ ਮੈਂ ਉਹ ਰਿਹਰਸਲ ਕਰ ਰਿਹਾ। ਉਹਨਾਂ ਨੇ ਕਹਿਣਾ, ਮੈਂ ਕਿਹਾ ਜੀ ਮੇਰੀ ਡਿਊਟੀ ਆ ਗਈ, ਕਹਿੰਦਾ ਇੱਕ ਰਿਹਰਸਲ ਹੋਰ ਕਰ ਜਾਓ। ਤੇ ਮੈਂ ਉਸ ਪਹੁੰਚਣਾ ਕਈ ਵਾਰੀ ਬਿਲਕੁਲ 5 ਮਿੰਟ ਰਹਿ ਗਏ ਪਹੁੰਚ ਜਾਂਦਾ, ਮੀਮੋ ਦੇਣਾ ਇਹ ਕਿਆ ਤਰੀਕਾ ਹੈ। लेकिन वो हंस के देते थे, कहते मैंने पता आप बिजी वहाँ ड्रामे में रहते हो। खैर वो तो फिर उसके बाद ये सी भी उत्थे हिंदी पंजाबी दोनों च अनाउंसमेंट करनी पैंदी सी, ज़्यादा हिंदी सी रादर। तो बड़ा इंजॉय किया, तो मतलब कि लैटर्स आते सी, बड़ी खुशी भी होंदी सी कि जी हम कल आप प्रोग्राम सुन रहे थे, हाँ हमें तुहाडा प्रोग्राम बहुत चंगा लगता है। तो ये सोच के भी तुहाडा ते असीं ऑन किया तो देखा कोई होर बोल रहा सी, मैंने बड़ी निराशा हुई, फलां इदां दी गल्लां। ਤੇ ਉਹ ਠੀਕ ਹੈ ਆਪਣਾ ਚੱਲਦਾ ਰਿਹਾ। ਤੇ ਲੇਕਿਨ ਸਾਡੇ ਇੱਕ ਵਾਰੀ ਬਹੁਤ ਵਧੀਆ ਇਨਸੀਡੈਂਟ ਹੋਇਆ, ਤੁਸੀਂ ਵੀ ਸੁਣਿਆ, ਅਨਾਉਂਸਰ ਰਹੇ ਹੋ ਜੀ। ਉੱਥੇ ਜੋ ਟਾਈਮ ਬੋਲਦਾ ਰੇਡੀਓ ਟਾਈਮ ਹੁੰਦਾ, ਦੈਟ ਮੀਨਸ ਸਮਥਿੰਗ ਵੀ ਅਸੀਂ ਇੰਨੇ ਵਜੇ ਹਾਜ਼ਰ ਹੋਵਾਂਗੇ। ਤਾਂ 1 ਸੈਕਿੰਡ 2 ਮਿੰਟ ਲੇਟ ਹੁੰਦਾ ਹੋਣਾ ਪੈਂਦਾ ਹੈ।
ਬਹੁਤ ਮਤਲਬ ਕਹਿੰਦੇ ਰੇਡੀਓ ਕੋਲੋਂ ਲੋਕਾਂ ਨੇ ਬਹੁਤ ਕੁਝ ਸਿੱਖਿਆ। ਜਦੋਂ ਪੁਰਾਣੇ ਹੁਣ ਤਾਂ ਟੀਵੀ ਆ ਗਿਆ ਨਾ, ਪੰਕਚੁਅਲਿਟੀ ਰੇਡੀਓ ਕੋ ਸਿੱਖੀ, ਪ੍ਰੋਨਾਂਸੀਏਸ਼ਨ, ਡਿਕਸ਼ਨ ਵਗੈਰਾ ਸਭ ਰੇਡੀਓ ਕੋ ਸਿੱਖਿਆ। ਹੁਣ ਜਿੱਦਾਂ ਐਮਸਟਰਡਮ ਦੇ ਵਿੱਚ ਵਰਲਡ ਕੱਪ ਹੋ ਰਿਹਾ ਸੀ ਹਾਕੀ ਦਾ, ਹੁਣ ਉਹ ਐਮਸਟਰਡਮ ਬੋਲਣਾ ਪੈਂਦਾ, ਉਹ ਜੇ ਕਿਸੇ ਨੇ ਬੋਲਣਾ ਉਹ ਕੋ ਸਿੱਖਣਾ। ਸਾਨੂੰ ਕੋਈ ਦਾ ਬੋਲਣਾ ਪੈਂਦਾ ਸੀ, ਜਿਹਨੂੰ ਪਤਾ ਕਿ ਇਹਦਾ ਪ੍ਰੋਨਾਂਸੀਏਸ਼ਨ ਕੀ ਸੀ, ਬਕਾਇਦਾ ਡਿਕਸ਼ਨਰੀ ਦੇਖੀ ਸੀ, ਕਿਸੇ ਕੋ ਪੁੱਛ ਲਈਦਾ ਸੀ। ਇਸ ਤਰ੍ਹਾਂ ਇੱਕ ਵਾਰੀ ਕੀ ਹੋਇਆ, ਮੇਰੀ ਮਾਰਨਿੰਗ ਡਿਊਟੀ ਸੀ। ਅਸੀਂ ਹਰ ਸ਼ਿਫਟ ਦੇ ਵਿੱਚ 2 ਅਨਾਊਂਸਰ ਲੱਗਦੇ ਸੀ, ਕਿਉਂਕਿ ਵਿਊ ਭਾਰਤੀ ਸੀਗੀ ਸਰਵਿਸ। ਤੇ ਮੇਰੇ ਨਾਲ ਇੱਕ ਲੇਡੀ ਅਨਾਊਂਸਰ ਸਨ, ਹੁਣ ਵਿਚਾਰੇ ਰਹੀ ਨਹੀਂ ਦੁਨੀਆ 'ਚ, ਸਵਿਤਾ ਸਿੰਘ ਸੀ, ਮੈਂ ਸੀ। ਸਵੇਰੇ ਸਾਡੀ 6:30 ਵਜੇ ਜਾਂ 7 ਵਜੇ, ਮੈਨੂੰ ਯਾਦ ਨਹੀਂ, ਸ਼ੁਰੂ ਹੋਣੀ ਸੀ। ਤੇ ਹਮੇਸ਼ਾ ਜੀ ਟਾਈਮ ਬੋਲਿਆ ਸੀ, ਉਹਨੇ ਵਜੇ ਹਾਜ਼ਰ ਹੋ ਜਾਂਦੇ ਸੀ, ਇੰਜੀਨੀਅਰ ਵੀ ਆਉਂਦੇ ਸੀ, ਉਹ ਪੂਰਾ ਸਭ ਤਿਆਰ ਹੋ ਜਾਂਦਾ ਸੀ। ਮੈਂ ਆਇਆ ਤੇ ਮੈਂ ਆਪਣੀ ਆਦਤਨ ਮਤਲਬ 10 ਮਿੰਟ ਲੇਟ ਸੀ। ਹਾਲੇ ਲੋਕ ਸਾਰੇ ਬਾਹਰ ਖੜੇ ਵੇਟ ਕਰ ਰਹੇ ਹਨ, ਮੈਂ 10 ਮਿੰਟ ਵੈਸੇ ਲੇਟ ਸੀ, ਲੇਕਿਨ ਹਾਲੇ ਟ੍ਰਾਂਸਲੇਸ਼ਨ ਨੂੰ 20 ਮਿੰਟ ਪਏ ਸੀ। ਮੈਂ ਕਿਹਾ ਕਿ ਬਾਹਰ ਕਿਉਂ ਖੜੇ ਹੋ? ਕਹਿੰਦੇ ਅੰਦਰ ਜਿਹੜਾ ਪੀਐਨ ਹੈ ਉਹ ਦਰਵਾਜ਼ਾ ਨਹੀਂ ਖੋਲ ਰਿਹਾ, ਅਸੀਂ ਆਵਾਜ਼ਾਂ ਮਾਰੀ ਜਾ ਰਹੇ ਹਾਂ। ਅੱਛਾ। ਬਹੁਤ ਪੁਰਾਣਾ ਸੈਕਟਰ 19 ਸੀ ਸਟੇਸ਼ਨ। ਸੈਕਟਰ 19 ਵਿੱਚ ਇੱਕ ਕੋਠੀ 'ਚ ਬਣਾਇਆ ਸੀ, ਬਹੁਤ ਵੱਡਾ ਦਰਵਾਜ਼ਾ ਸੀ ਲੋਹੇ ਦਾ। ਅੱਛਾ ਜੀ। ਤੇ ਮੈਂ ਯੰਗ ਸੀ, ਉਹ ਲੇਡੀਜ਼ ਉਹ ਬਾਕੀ ਬਜ਼ੁਰਗ ਤੋਂ ਖੜੇ ਬੈਠੇ ਸੀ। ਮੈਂ ਚੜ੍ਹਿਆ, ਔਰ ਲੋਹੇ ਦਾ ਗੇਟ ਚੱਕ ਕੇ ਉੱਪਰ ਹੁੰਦੇ ਤਾਰਾਂ ਲੱਗੀਆਂ, ਬਚ ਕੇ ਛਾਲ ਮਾਰੀ, ਉੱਥੇ ਪਹੁੰਚਾ, ਜਾ ਕੇ ਨੌਕ ਕੀਤਾ। ਹਰੀ ਸਿੰਘ ਸੀ, ਕੋਈ ਮਿਲਟਰੀ ਰਿਟਾਇਰਡ ਬੰਦਾ। ਅੱਛਾ ਜੀ। ਉਹ ਵਿਚਾਰਾ ਸੁੱਤਾ ਪਿਆ। ਗੱਲ ਸੀ ਹੀ ਵਾਜ਼ ਮਤਲਬ ਅਲਕੋਹਲ ਦੇ ਵਿੱਚ ਨਹੀਂ ਬਾਹਰ ਪੀਂਦਾ ਸੀ ਵਿਚਾਰਾ। ਮੈਂ ਉਹਨੂੰ ਜਗਾ ਕੇ ਖੜਾ ਕੇ ਤੇ ਉਦੋਂ 2 ਮਿੰਟ ਲਈ ਲੇਟ ਹੋਈ ट्रांसमिशन और एडी बड़ी रिपोर्ट गई ट्रैक्टेड, बड़ी बीमो मिले। मैंने कहते आप लिख के दो, वहाँ पड़ा सोया पड़ा था और इसको इसने ड्रिंक की हुई थी जी। मैं कहा जी बुजुर्ग आदमी, मैं दिल में सोचा मैं उन्होंने क्यों बुरा करा। मैं कहा जी मैं गया सी, सर्दी बहुत सी, उन्हें लाया सी अपना हीटर जिहा, तो मैं हथ ला के देखिया बुखार ਨਾਲ तप ਰਿਹਾ ਸੀ ਤੇ ਬਚ ਗਿਆ ਵਿਚਾਰਾ। ਸਰ ਜਦੋਂ ਤੁਸੀਂ ਅਨਾਉਂਸਮੈਂਟ ਕਰਦੇ ਹੁੰਦੇ ਸੀਗੇ ਰੇਡੀਓ ਤੇ, ਖੈਰ ਅਸੀਂ ਸਾਡਾ ਤਾਂ ਜਨਮ ਵੀ ਨਹੀਂ ਹੋਇਆ ਸੀ, ਅਸੀਂ ਉਹ ਸੁਣਨਾ ਚਾਹਾਂਗੇ ਥੋੜਾ ਜਿਹਾ, ਕਿਸ ਤਰੀਕੇ ਦੇ ਨਾਲ ਕਰਦੇ ਹੁੰਦੇ ਸੀ? हम आकाशवाणी चंडीगढ़ से बोल रहे हैं, इस समय रात के 8 बजे हैं। हम आपके सामने प्रस्तुत है आपकी फरमाइश। चलते हैं जिसके लिए तेरी आंखों के दिए, ढूंढ लाया हूँ वही गीत तेरे लिए। गाना फिटिंग कर देना या फिर कुछ और गाना कोई शेर बोले पहला बोलता भी चंद कलियां निशात की चुनकर मुद्दतों महवे आस रहता हूँ, तेरा मिलना खुशी की बात सही, तुझसे मिलकर उदास रहता। वाह क्या बात। मतलब ਇਦਾਂ ਹੀ ਲੱਗ ਰਿਹਾ ਸੀ ਨਾ ਕਿ ਆਪਾਂ ਰੇਡੀਓ ਹੀ ਸੁਣ ਰਹੇ ਹਾਂ ਹਜੇ। ਸੋ ਐਸੇ ਰੇਡੀਓ ਕਲਾਕਾਰਾਂ ਦਾ ਨਾ ਉਹਨਾਂ ਦੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ हाँ मतलब मेरी बहुत टिपिकल अनाउंसर जो नहीं, लेकिन मैं मेहनत नाल उदों ਹੁਣ ਇਸ ਏਜ ਦੀ ਆਵਾਜ਼ ਹੋਰ ਆ, ਉਦੋਂ ਹੋਰ ਸੀ, ਇੰਨੀ ਅੱਛੀ ਸੀ। ਮੇਰੇ ਕੋਲ ਲੈਟਰਸ ਕੁਝ ਪਏ ਹਾਲੇ ਵੀ ਰੱਖੇ हैं, ਜੇ ਲਿਸਨਰ ਦੇ ਲੈਟਰ ਆਉਂਦੇ ਸੀ ਬੜੀ ਤਾਰੀਫ ਉਹਨਾਂ ਨੇ ਕਰਦੇ ਸੀ। ਅੱਛਾ ਜੀ। ਔਰ ਖੁਸ਼ੀ ਹੁੰਦੀ ਸੀ, ਹੋਰ ਕੀ ਹੈ, ਤਨਖਾਹ ਤਾਂ ਗਵਰਨਮੈਂਟ ਨੇ ਦੇਣੀ ਹੈ, ਜਿਹੜੀ ਐਕਸਟਰਾ ਖੁਸ਼ੀ ਹੈ ਤਾਂ ਮਿਲ ਜਾਂਦੀ ਸਾਨੂੰ। ਬਿਲਕੁਲ ਬਿਲਕੁਲ। ਤੇ ਉਦੋਂ ਨਾ ਚਿੱਠੀਆਂ ਦਾ ਜ਼ਮਾਨਾ ਸੀਗਾ, ਹੁਣ ਵੀ ਹੈਗਾ ਆ, ਸਾਡੇ ਆਕਾਸ਼ਵਾਣੀ ਦੇ ਵਿੱਚ ਤਾਂ ਹਜੇ ਤੱਕ ਵੀ ਚਿੱਠੀਆਂ ਆਉਂਦੀਆਂ ਨੇ। ਤੇ ਇਹ ਇੱਕ ਬਹੁਤ ਹੀ ਪੋਜ਼ਿਟਿਵ ਪੁਆਇੰਟ ਆ ਸਾਡੇ ਆਕਾਸ਼ਵਾਣੀ ਦਾ ਕਿ ਜਿੱਥੇ ਬਾਕੀ ਇੰਨੇ ਸਾਰੇ ਚੈਨਲਸ ਖੁੱਲ ਗਏ ਨੇ, ਅੱਜ ਕੱਲ੍ਹ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਫੋਨਸ, ਈਮੇਲਸ, ਮੈਸੇजेस, ਉਹਨਾਂ ਦੇ ਥਰੂ ਸਾਨੂੰ ਮੈਸੇजेस ਮਿਲਦੇ ਨੇ, ਆਡੀਅנס ਦੇ ਹੋ ਗਏ ਜਾਂ ਫਿਰ ਸਾਡੇ ਸਟਾਫ ਦੇ ਹੀ ਹੋ ਗਏ, ਜਾਂ ਸਾਨੂੰ ਹੈੱਡ ਨੇ ਵੀ ਮੈਸੇਜ ਦੇਣਾ ਹੁੰਦਾ ਤੇ ਉਹ ਵੀ ਮੈਸੇਜ ਦੇ ਰਾਹੀਂ ਆ ਜਾਂਦਾ ਹੈ ਹੁਣ। ਤੇ ਪਹਿਲਾਂ ਕੀ ਹੁੰਦਾ ਸੀ, ਚਿੱਠੀਆਂ ਦਾ ਹੁੰਦਾ ਸੀ, ਜਾਂ ਫਿਰ ਸਾਨੂੰ ਲੈਟਰ ਆ ਜਾਂਦਾ ਸੀ, ਨੋਟ ਬਣ ਕੇ ਆ ਜਾਂਦਾ ਸੀਗਾ ਆਫਿਸ ਦੇ ਵਿੱਚੋਂ ਕਿ ਆਹ ਤੁਹਾਡੀ ਪ੍ਰੋਬਲਮ ਇੱਥੇ ਹੈਗੀ, ਤੁਸੀਂ ਆਹ ਗਲਤੀ ਕੀਤੀ ਆ ਤੇ ਆਹ ਰਿਪੋਰਟ ਹੋ ਗਈ ਆ ਤੁਹਾਡੀ, ਏਦਾਂ ਹੈ ਨਾ। ਹੁਣ ਘੱਟ ਆਉਂਦੇ ਸੀ, ਪਹਿਲਾਂ ਆਉਂਦੇ ਸੀ, ਬਹੁਤ ਆਉਂਦੇ ਸੀ। ਮੈਂ ਤੁਹਾਨੂੰ ਦੱਸ ਦਿੰਦਾ, ਅੱਜ ਕੱਲ੍ਹ ਨਵੀਂ ਪਹੁੰਚ ਜਿਹੜੀ ਹੈ ਨਾ ਆਪਣੇ ਆਪ 'ਚ ਇੰਨੀ ਬਿਜ਼ੀ ਹੈ, ਉਹਨੂੰ ਕੋਈ ਜ਼ਰੂਰਤ ਹੀ ਨਹੀਂ। ਉਦੋਂ ਲੋਕ ਖਾਲੀ ਹੁੰਦੇ ਸੀ ਔਰ ਟੀਵੀ ਸੀਗਾ ਨਹੀਂ, ਰੇਡੀਓ ਸੁਣਦੇ ਸੀ, ਬਹੁਤ ਲੈਟਰ ਆਉਂਦੇ ਸੀ। ਉਹਦੇ 'ਚ ਅੱਛੀ ਗੱਲ ਵੀ ਸੀ, ਬੁਰੀ ਗੱਲ ਵੀ ਸੀ। ਕਿਸ ਤਰ੍ਹਾਂ ਹੁਣ ਮੈਂ ਜਿਹਨੇ ਪਲੇ ਕੀਤੇ, ਮੈਨੂੰ ਇੱਕ ਪਲੇ ਯਾਦ ਹੈ, ਮੈਂ ਕਿ ਮਤਲਬ ਇੰਨੇ ਸ਼ੌਕ ਨਾਲ ਪਲੇ ਕੀਤੇ, ਸੋਚ ਵੀ ਨਹੀਂ ਸਕਦੇ ਸੀ। ਹੁਣ ਮੈਨੂੰ ਲੋਕ ਕਹਿੰਦੇ ਸੀ, ਅੱਜ ਕੱਲ੍ਹ ਕਹਿੰਦੇ ਜੀ ਸਾਹਿਬ ਕਿਉਂ ਤੱਕ ਕਰੀ ਆ ਰਹੇ ਹੋ, ਆਹ ਦੁਬਾਰਾ ਬੋਲ, ਠੀਕ ਨਹੀਂ ਬੋਲਿਆ, ਕਿਹਨੇ ਸੁਣਨਾ? ਅੱਜ ਕੱਲ੍ਹ ਟੀ ਵੀ ਦੇਖਦੇ ਲੋਕ, ਰੇਡੀਓ ਕੌਣ ਸੁਣਦਾ? ਮੈਂ ਕਹਿੰਦਾ ਨਹੀਂ, ਕੁਛ ਲੋਕ ਹਾਲੇ ਵੀ ਸੁਣਦੇ ਨੇ। ਲੇਕਿਨ ਉਦੋਂ ਇਹ ਸੀ ਮੈਂ ਐਸੇ ਪਲੇ ਕਰ ਰਹੇ, ਚਿੱਠੀਆਂ ਬਹੁਤ ਆਉਣੀਆਂ, ਲੇਕਿਨ ਥੋੜ੍ਹੀ ਜਿਹੀ ਨੈਗੇਟਿਵ ਇਹ ਗੱਲ ਸੀ ਵੀ ਜਿਹੜੇ ਚਿੱਠੀਆਂ ਆਉਂਦੀਆਂ ਸੀ, ਜਿਵੇਂ ਸਿੱਧਾ ਜਿਹਾ ਪਲੇ ਕਰਤਾ ਵੀ ਦਹੇਜ ਪ੍ਰਥਾ 'ਤੇ, ਉਹ ਪਿੰਡਾਂ 'ਚੋਂ ਚਿੱਠੀਆਂ ਆਉਣੀਆਂ, ਇਹ ਬਿਲਕੁਲ ਸਾਡੀ ਵਾਰੀ ਕਹਾਣੀ ਹੈ ਜੀ, ਸਾਡੀ ਇੱਦਾਂ ਹੋਇਆ ਸੀ, ਸਾਡੇ ਇੱਦਾਂ ਹੋਇਆ ਸੀ, ਕਿ ਬਹੁਤ ਅੱਛਾ ਪਲੇ ਕਰਨਾ, ਉਹਦੀ ਚਿੱਠੀ ਘੱਟ ਆਉਣੀ। ਕਿਉਂਕਿ ਜਿਹੜੇ ਇੰਟੈਲੈਕਚੁਅਲ ਪਲੇ, ਹਾਈ ਲੈਵਲ ਪਲੇ ਹੈ, ਜਿੱਦਾਂ ਹੁਣ ਅਸੀਂ
मतलब देखते हैं स्टेज प्ले कई बहुत ऐसे ऐसे प्लेयर हैं कि पता ही नहीं मेरे को इस वे सब जिन्ने बेस्ट प्लेयर्स इंडिया लिखे हैं सिंह सोधी किताबां मेरे को पई हैं मेरी बहुत नॉलेज है मतलब मैं काफ़ी मैंने बड़ा शौक है बेपागलों वाला शौक सी ड्रामे बारे ਅੱਛਾ ਜੀ ਚਲੋ ਫਿਰ ਇੱਥੇ ਪੂਰਾ ਹੋ ਗਿਆ ਰੱਬ ਨੇ ਮੈਨੂੰ ਠੀਕ ਹੈ ਜਿਹੜੀ ਮੇਰਾ ਹਾਦਸਾ ਹੋਇਆ ਸੀ ਦੱਸਿਆ ਉਹਦੇ ਕਰਕੇ ਮੈਂ ਉਹ ਲਾਈਨ ਛੱਡ ਦਿੱਤੀ ਦਿਲ ਦੇ ਹਿਸਾਬ ਨਾਲ ਲੇਕਿਨ ਥੀਏਟਰ ਕਰਦਾ ਰਿਹਾ ਲੇਕਿਨ ਥੋੜੀ ਇਹ ਵੀ ਗੱਲ ਰਹੀ ਵੀ ਮੈਂ ਫਿਰ ਟੀਵੀ ਸ਼ੁਰੂ ਹੋਇਆ ਤੇ ਮੈਂ ਉੱਥੇ ਮੈਨੂੰ ਮੌਕਾ ਮਿਲ ਗਿਆ ਕੰਮ ਕਰਨ ਦਾ ਮੈਂ ਕੋਈ ਮੋਰ ਦੈਨ 60 ਪਲੇਸ ਦੂਰਦਰਸ਼ਨ ਚੰਡੀਗੜ੍ਹ ਅਤੇ ਜਲੰਧਰ ਦੇ ਕੀਤੇ ਹੋਏ ਜੀ ਜਿਨ੍ਹਾਂ ਚੋਂ 5 ਸੀਰੀਅਲ ਹੈ 13 ਕਿਸ਼ਤਾਂ ਦੇ ਉਹ ਸਰਦਾਨੀ ਜੀ ਦੇ ਬਣਾਏ ਹੋਏ ਆ ਇੱਕ ਦੋ ਹੋਰ ਪ੍ਰੋਡਿਊਸਰ ਸੀਗੇ ਤੇ ਉਹ ਮੈਂ ਕੀਤੇ ਉਹਦੇ 'ਚ ਮੈਂ ਤੁਹਾਨੂੰ ਦੱਸਦਾ ਵੀ ਸੈਂਸਿਟਿਵਿਟੀ ਕੀ ਹੁੰਦੀ ਇੱਕ ਆਰਟਿਸਟ ਦੀ ਮੈਨੂੰ ਉਹਨਾਂ ਨੇ ਇੱਕ ਪਲੇ ਸ਼ੁਰੂ ਕੀਤਾ ਸੀ 13 ਕਿਸ਼ਤਾਂ ਦਾ ਉਹਦਾ ਨਾਮ ਸੀ ਸਾਂਵਲੀ ਬਹੁਤ ਮਸ਼ਹੂਰ ਹੋਇਆ ਇੱਥੇ ਉਹਦੇ 'ਚ ਉਹਨਾਂ ਨੇ ਇੱਕ ਯੰਗ ਉਦੋਂ ਮੈਂ ਯੰਗ ਹੀ ਸੀ ਕਿਉਂਕਿ ਮੈਂ 81 ਦੀ ਗੱਲ ਕਰ ਰਿਹਾ ਅਤੇ ਉਹਦਾ ਹੀਰੋ ਸੀ ਉਹ ਯੰਗ SP ਸੁਪਰਡੈਂਟ ਪੁਲਿਸ ਉਹਨਾਂ ਨੇ ਕਿਹਾ ਜੀ ਇਹ ਰੋਲ ਤੂੰ ਕਰ ਉਦੋਂ ਮੈਂ ਪਤਲਾ ਸੀ ਪੂਰਾ ਠੀਕ ਸੀ ਬੋਡੀ ਮੈਂ ਐਕਸਰਸਾਈਜ਼ ਹੀ ਕਰਦਾ ਹੁੰਦਾ ਸੀ ਅਤੇ ਉਹ ਪਲੇ ਜੋ ਕੀਤਾ ਅਤੇ ਮੈਂ ਜਦੋਂ ਉਹਦਾ ਟਰਾਇਲ ਦੇਖਿਆ ਪੂਰਾ ਹੋ ਗਿਆ ਇੱਕ ਕਿਸ਼ਤ ਪੂਰੀ ਹੋ ਗਈ ਅਤੇ ਅਸੀਂ ਵੀ ਵੈਰੀ ਕਲੋਜ਼ ਫਰੈਂਡਸ ਮੈਂ ਐਕਟਿੰਗ ਬਹੁਤ ਅੱਛੀ ਕਰਦਾ ਸੀ ਉਦੋਂ ਮਤਲਬ ਇੰਨਾ ਸੀ ਵੀ ਕਹਿੰਦੇ ਆਪ ਹੀ ਕरेंगे ਜਦੋਂ ਦੋਨੇ ਦੇਖਣ ਲੱਗੇ ਦੋ ਤਿੰਨ ਟਾਈਟ ਕਲੋਜ਼ਅਪ ਦੇਖੇ ਮੈਂ ਕਿਹਾ ਸਾਨੀ ਸਾਹਿਬ ਆ ਜਿਹੜਾ ਉਹਨਾਂ ਦਾ ਅੱਖ ਤੋਂ ਪਤਾ ਥੋੜ੍ਹਾ ਲੱਗ ਰਿਹਾ ਬਿਲਕੁਲ ਟਾਈਟ ਕਲੋਜ਼ਅਪ ਪਤਾ ਨਹੀਂ ਲੱਗਦਾ ਅਤੇ ਤੁਹਾਡਾ ਕਿਉਂ ਆਪਣਾ ਖਰਾਬ ਕਰ ਰਹੇ ਹੋ ਕਹਿੰਦੇ ਨਹੀਂ ਆਪਾਂ ਐਨਕ ਲਵਾ ਦਿੰਦੇ ਮੈਂ ਕਿਹਾ ਯੰਗ SP ਦੇ ਤੁਸੀਂ ਐਨਕ ਲਵਾਓਗੇ ਤੁਸੀਂ ਮੈਨੂੰ ਕੋਈ ਹੋਰ ਰੋਲ ਦੇ ਉਹਨਾਂ ਨੇ ਸਪੈਸ਼ਲ ਰੋਲ ਦੂਸਰਾ ਸੀਗਾ ਉਹਦਾ ਰਿਲੇਟਿਵ ਹੈ SP ਦਾ ਉਹ ਜਿਹੜੀ ਕੁੜੀ ਮਿਲਦਾ ਉਹਨੂੰ ਦੇਖ ਕੇ ਉਹ ਥੋੜ੍ਹਾ ਜਿਹਾ ਲਾਈਨ ਮਾਰਦਾ ਤੁਮੇ ਪੋਟੈਂਸ਼ੀਅਲ ਹੈ ਉਹ ਬਹੁਤ ਪਾਪੂਲਰ ਹੈ ਸੀ ਲੋਕ ਮੈਨੂੰ ਗਾਲਾਂ ਕੱਢਦੇ ਸੀ ਵੀ ਜਿਹੜੀ ਕੁੜੀ ਮਿਲ ਜੇ ਕਰਨਾ ਚਾਹੀਦਾ ਅੱਛਾ ਉਸ ਤੋਂ ਬਾਅਦ ਮੈਂ ਹੋਰ ਵੀ ਬਹੁਤ ਕੀਤੇ ਲੇਕਿਨ ਉਹ ਜਿਹੜੀ ਮੇਰੀ ਅੱਖ ਵਾਲੀ ਗੱਲ ਸੀ ਉਹ ਮੈਨੂੰ ਪਤਾ ਲੱਗਿਆ ਵੀ ਫਿਲਮਾਂ 'ਚ ਬਹੁਤ ਟਾਈਟ ਕਲੋਜ਼ਅਪ ਹੁੰਦੇ ਔਰ ਉੱਥੇ ਮੈਂ ਜਾ ਕੇ ਦੇਖਿਆ ਸੀ ਨਾਟ ਈਜ਼ੀ ਔਰ ਹੌਲੀ ਹੌਲੀ ਜਿਹੜੀ ਸਾਡੀਆਂ ਆਦਤਾਂ ਸੀ ਕਿ ਤਾਂ ਮਤਲਬ ਆਪਣੀ ਸਿਹਤ ਨੂੰ ਕਾਇਮ ਕਰਦੇ ਹਾਂ ਆਪਣੀ ਬੋਡੀ ਫਿੱਟ ਰੱਖਦੇ ਹਾਂ ਮੇਰੀ ਮਿਕਸ ਜੇ ਹੋਈਆਂ ਵਿੱਚ ਡਾਇਰੈਕਟਰ ਵਿੱਚ ਰਾਈਟਰ ਦੇ ਵਿੱਚੋਂ ਮੈਂ ਕਿਹਾ ਚਲੋ ਹੁਣ ਉੱਥੇ ਜਾਣਾ ਲੇਕਿਨ ਮੈਂ ਸ਼ੌਕ ਪੂਰਾ ਕੀਤਾ ਬਹੁਤ ਅੱਛੇ ਪਲੇ ਕੀਤੇ ਦੂਰਦਰਸ਼ਨ 'ਚ ਅਤੇ ਰੇਡੀਓ ਦੇ ਵਿੱਚ ਮੈਂ ਆਪਣੇ ਜਿਹੜਾ ਡਰਾਮੇ ਦੀ ਸਾਈਡ ਨੂੰ ਅਤੇ ਪੂਰੀ ਨੌਲੇਜ ਨੂੰ ਯੂਜ਼ ਕੀਤਾ ਉੱਥੇ ਨਹੀਂ ਕਿ ਸਾਡੇ ਕਈ ਪ੍ਰੋਡਿਊਸਰ ਹੁੰਦੇ ਅੱਜ ਕੱਲ੍ਹ ਨਾ ਸਾਡੇ ਜ਼ਮਾਨੇ 'ਚ ਪ੍ਰੋਡਿਊਸਰ ਦੀ ਜੋਬ ਖਤਮ ਹੋ ਗਈ ਪ੍ਰੋਡਿਊਸਰ ਦੀ ਜੋਬ ਹੁੰਦੀ ਸੀ ਵੀ ਹੀ ਮਸਟ ਬੀ ਐਕਸਪਰਟ ਇਨ ਹਿਸ ਡਿਪਾਰਟਮੈਂਟ ਜੇ ਉਹ ਮਿਊਜ਼ਿਕ ਦਾ ਤਾਂ ਮਿਊਜ਼ਿਕ ਉਹਨੂੰ ਆਉਣਾ ਚਾਹੀਦਾ ਡਰਾਮੇ ਦਾ ਪ੍ਰੈਕਟਿਸ ਨੂੰ ਇੰਨੀ ਜ਼ਰੂਰੀ ਨਹੀਂ ਬੇਸ਼ੱਕ ਆਪ ਡਰਾਮਾ ਨਹੀਂ ਕਰ ਸਕਦਾ ਮੈਂ ਡਰਾਮਾ ਕਰਦਾ ਸੀ ਜਿਹਦਾ ਇੱਕ ਡਾਇਲੌਗ ਨਹੀਂ ਬੋਲਿਆ ਬੋਲ ਕੇ ਦੱਸਦਾ ਸੀ ਇੱਕ 20 ਵਾਰੀ ਉਹ ਜਿਹਦਾ ਜੋਸ਼ ਹੁੰਦਾ ਮਤਲਬ ਤੁਸੀਂ ਦੇਖੋਗੇ ਵੀ ਅੱਜ ਕੱਲ੍ਹ ਕਈ ਲੋਕ ਕਹਿੰਦੇ ਸੀ ਨਾ ਵੀ ਹਾਂ ਕਈ ਲੋਕ ਸ਼ੌਕ ਰੱਖਦੇ ਆ ਉਹ ਸ਼ੌਕ ਇਸ ਵਾਸਤੇ ਕੁਛ ਤਾਂ ਕਾਲਜਾਂ 'ਚ ਇਸ ਵਾਸਤੇ ਸ਼ੌਕ ਰੱਖਦੇ ਆ ਵੀ ਕੁੜੀਆਂ ਦੇਖਣਗੀਆਂ ਸਾਨੂੰ ਮੁੰਡੇ ਮੁੰਡਿਆਂ ਖਾਸ ਤੌਰ 'ਤੇ ਜਾਂ ਮਸ਼ਹੂਰੀ ਹੋਊਗੀ ਜਾਂ ਇਸ ਗਲੈਮਰ ਲਾਈਨ ਹੈ ਇੱਥੇ ਅਸੀਂ ਮੈਂ ਜੋ ਪਹਿਲਾ ਪਲੇ ਕੀਤਾ ਮੈਨੂੰ ਯਾਦ ਹੈ ਜੀ ਸਰ ਆਪਾਂ ਜਿਹੜੀ ਆਪਾਂ ਸੁਣਦੇ ਆ ਪਰ ਸਮਾਂ ਇੱਥੇ ਇੱਕ ਬ੍ਰੇਕ ਦਾ ਹੋ ਗਿਆ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ ਤੇ ਅੱਜ ਦੇ ਮਹਿਮਾਨ ਨੇ ਵਿਨੋਦ ਧੀਰ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਥੀਏਟਰ ਦੇ ਬਾਰੇ ਰੇਡੀਓ ਦੇ ਬਾਰੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਸੋ ਅੱਗੇ ਗੱਲ ਨੂੰ ਤੋਰਦਿਆਂ ਹੋਇਆ ਹੁਣ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਰੇਡੀਓ ਤਾਂ ਕੀਤਾ ਹੀ ਕੀਤਾ ਪਰ ਰੇਡੀਓ ਦੇ ਵਿੱਚ ਤੁਸੀਂ ਇੱਕ ਥੀਏਟਰ ਆਰਟਿਸਟ ਹੋਣ ਦੇ ਕਰਕੇ ਵੀ ਆਏ ਹੋ ਨਾ ਤੇ ਆਪਾਂ ਉਹ ਹੁਣ ਜ਼ਰੂਰ ਪੁੱਛਾਂਗੇ ਕਿ ਇੱਕ ਜਿਹੜਾ ਥੀਏਟਰ ਦਾ ਸਫ਼ਰ ਸੀਗਾ ਉਹ ਤੁਹਾਡਾ ਕਿੱਦਾਂ ਸ਼ੁਰੂ ਹੋਇਆ ਤੇ ਫਰਸਟ ਪਲੇ ਤੁਸੀਂ ਕਦੋਂ ਕੀਤਾ ਸ਼ੁਰੂ ਹੋਇਆ ਨਾ ਕਹੋ ਮੈਂ ਥੀਏਟਰ ਹੀ ਥੀਏਟਰ ਹੀ ਕੀਤਾ ਥੀਏਟਰ ਬਾਅਦ ਇੱਥੇ ਆਇਆ ਹਾਂ ਬਾਕੀ ਚੀਜ਼ਾਂ ਅੱਛਾ ਥੀਏਟਰ ਵੀ ਇਸ ਤਰ੍ਹਾਂ ਕੋਈ ਨਹੀਂ ਵੀ ਜਦੋਂ ਬੰਦਾ ਕੁਝ ਕਰਦਾ ਨਾ ਰੱਬ ਨੇ ਉਹ ਕਰਾਉਣਾ ਹੁੰਦਾ ਉਸ ਪਾਸੇ ਲੈ ਜਾਂਦਾ ਉਹਨੂੰ ਆਪਣੇ ਆਪ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਨੋਰਮਲ ਅੱਜ ਕੱਲ੍ਹ ਦੀ ਨੋਰਮਲ ਫੈਮਿਲੀ 'ਚ ਸੀਗੇ ਔਰ ਕਾਫੀ ਵੱਡੀ ਫੈਮਿਲੀ ਸੀ ਨਕੋਦਰ ਰਹਿੰਦੇ ਸੀ ਉੱਥੇ ਸਕੂਲ ਪੜ੍ਹਦੇ ਸੀ ਹਾਲਾਂਕਿ ਮੈਨੂੰ ਆਉਣਾ ਪਿਆ ਉੱਥੇ ਆਪਣੇ ਗ੍ਰੈਂਡਫਾਦਰ ਕੋਲ आफ्टर स्पेंडिंग फ्यू ईयर्स इन देहरादून सेंट जोसेफ अकैडमी स्कूल में शुरू की थी बाद फादर ने प्रैक्टिस शुरू की थी बिजनेस करते छड़ के मैं नकोदर आ गया नकोदर स्कूल पुराने स्कूल पता है किदा टाटा वाले जी तो उत्थे मैं बीइंग फ्रॉम देहरादून उत्थे मेरी हिंदी पंजाबी चंगी सी टीचर ने कहना जी आप पढ़ो मैं बच्चों को बताता रहूँ मैं पढ़ना उन्हें दसी जाना
ਇੱਕ ਵਾਰੀ ਫੰਕਸ਼ਨ ਹੋਇਆ, ਕਹਿੰਦੇ ਡਰਾਮਾ ਕਰੋ। ਮੈਂ ਫਿਰ ਡਰਾਮਾ ਮੈਂ ਤੇ ਮੇਰੇ ਦੋਸਤ ਨੇ ਤਿੰਨਾਂ ਨੇ ਮਿਲ ਕੇ ਡਰਾਮਾ ਤਿਆਰ ਕੀਤਾ। ਅੱਛਾ ਡਰਾਮਾ ਸਿੱਧਾ ਸੀ, ਕੋਈ ਮਹਾਰਾਣਾ ਪ੍ਰਤਾਪ ਤੇ ਸ਼ਕਤੀ ਸਿੰਘ ਨੇ ਹਫ਼ਤੇ ਯਾਦ ਆ ਕੋਈ ਇੱਦਾਂ ਦਾ। ਅੱਛਾ ਤੇ ਉਹਦੇ ਵਿੱਚ ਗ੍ਰੈਂਡਫਾਦਰ ਨੇ ਕਰਕੇ ਕਈ ਲੋਕਾਂ ਨੇ ਐਵੇਂ ਪ੍ਰਾਈਜ਼ ਦੇ ਦਿੱਤਾ, 5 ਰੁਪਏ 10 ਰੁਪਏ, ਉਹ ਉਦੋਂ ਹੁੰਦੇ ਸੀ, ਬਹੁਤ ਵੱਡੀ ਚੀਜ਼ ਹੁੰਦੀ ਸੀ। ਤੇ ਦਿਲ 'ਚ ਥੋੜ੍ਹਾ ਸ਼ੌਕ ਜਿਹਾ ਬਸ ਖਤਮ। ਉਹ ਤੋਂ ਬਾਅਦ 10ਵੀਂ ਕੀਤੀ। ਮੇਨ ਮੇਰਾ ਜਿਹੜਾ ਇਨਕਲੀਨੇਸ਼ਨ ਸੀ ਸਟੱਡੀ ਸੀ। ਮੈਂ ਫਸਟ ਆਇਆ ਸੀ ਆਪਣੀ ਕਲਾਸ 'ਚ 10ਵੀਂ 'ਚ। ਉੱਥੋਂ ਕਾਲਜ ਆ ਗਿਆ, DAV ਕਾਲਜ। ਜੀ DAV ਕਾਲਜ ਆਏ ਤਾਂ ਕੀ ਕਰੀਏ, ਦੇਖ ਬਹੁਤ ਵੱਡਾ ਕਾਲਜ ਹੈ, ਸਾਰੇ ਏਸ਼ੀਆ ਮਤਲਬ ਕਹਿ ਲਓ ਦਿੱਲੀ ਤੱਕ ਦਾ ਸਭ ਤੋਂ ਵੱਡਾ ਕਾਲਜ ਸੀ। ਹੋਸਟਲ ਰਹਿੰਦਾ ਸੀ ਮੈਂ। ਦਿਲ ਕਰੀਏ ਵੀ ਡਰਾਮਾ ਕਰੀਏ ਇੱਥੇ, ਕੀ ਮੈਂ ਕ੍ਰਿਕਟ ਵੀ ਖੇਡਦਾ ਹੁੰਦਾ ਨਕੋਦਰ। ਅੱਛਾ ਚਲਾ ਗਿਆ ਸ਼ਾਮ ਨੂੰ ਗਰਾਊਂਡ ਦੇ ਵਿੱਚ, ਬਖਸ਼ੀ ਜੈਸੀ ਗਰਾਊਂਡ ਉੱਥੇ ਪ੍ਰੈਕਟਿਸ ਕਰਦੇ ਸੀ ਖਿਡਾਰੀ। ਉਹਨਾਂ ਵਿੱਚੋਂ ਮੈਂ ਦੇਖਿਆ 8 ਕੇ 9 ਖਿਡਾਰੀ ਤਾਂ ਪੰਜਾਬ ਰਣਜੀ ਟਰੋਫੀ ਦੇ ਟੀਮ ਦੇ ਪਲੇਅਰ ਹੀ ਸੀ, ਜਿਹੜੇ ਕਾਲਜ ਪੜ੍ਹਦੇ ਸੀ। ਅੱਛਾ ਜੀ। ਮੈਂ ਕਿਹਾ ਅੱਛਾ, ਤਾਂ ਕਿਸੇ ਨੇ ਪੁੱਛਣਾ। ਵਾਪਸ ਆ ਗਿਆ। ਫਿਰ ਡਰਾਮੇ ਮੈਂ ਟਰਾਈ ਕੀਤੀ। ਉੱਥੇ ਪਹਿਲਾ ਪਲੇ ਜਿਹੜਾ ਮੈਂ ਕੀਤਾ ਸੀ ਧਰਤੀ ਕੇ ਆਂਸੂ, ਇੱਕ ਇੰਗਲਿਸ਼ ਪਲੇ ਦੀ ਅਡੈਪਟੇਸ਼ਨ ਹੈ। ਉਹ ਵੀ ਸੁਦਰਸ਼ਨ ਫਾਕਿਰ ਜੀ ਨੇ ਕੀਤੀ ਸੀ। ਅਸੀਂ ਨਵੇਂ ਆਏ ਸੀ, ਸਾਨੂੰ ਕੁਝ ਜਾਣਦਾ ਨਹੀਂ ਸੀ। ਸਾਡਾ ਇੱਕ ਸੀਨੀਅਰ ਮੁੰਡਾ ਸੀ, ਉਹ प्ले लेके आया, कहता ये रेडियो में एक आर्टिस्ट हैं सुदर्शन फाकिर, उनका लिखा हुआ प्ले है, हम ये करेंगे जी। कास्टिंग शुरू हो गई। ਉਹਦੇ 'ਚ ਸੀਗਾ ਵੀ ਇੱਕ ਸਾਇੰਟਿਸਟ ਹੈ ਜਿਹਦਾ ਬ੍ਰਦਰ ਸੈਕੰਡ ਵਰਲਡ ਵਾਰ 'ਚ ਮਰ ਚੁੱਕਾ ਹੈ ਤੇ ਉਹ ਇੱਕ ਐਸਾ ਬਦਲਾ ਲੈਣ ਲਈ ਇੱਕ ਐਸਾ ਬੰਬ ਬਣਾਉਣਾ ਚਾਹੁੰਦਾ ਜੀ ਸਾਰੀ ਦੁਨੀਆ ਤਬਾਹ ਕਰ ਦੇਵੇ ਔਰ ਥੋੜ੍ਹਾ ਪਾਗਲ ਜਿਹਾ ਦਿਮਾਗ 'ਚੋਂ। ਉਹ ਪਲੇ ਦੇ ਵਿੱਚ ਨੌਕਰ ਉਹਨਾਂ ਦਾ ਉਹ ਰੋਲ ਸੈਕੰਡ ਬੈਸਟ ਮੈਨੂੰ ਮਿਲਿਆ। ਮੈਂ ਉਹ ਪੁਰਾਣੇ ਬੰਦੇ ਮੇਨ ਲੈਣੇ ਸੀ। ਸਰ ਮੈਂ ਥੋੜ੍ਹਾ ਜਿਹਾ ਇੱਥੇ ਰੋਕਣਾ ਚਾਹੂੰਗਾ, ਉਸ ਪਲੇ ਦਾ ਕੋਈ ਡਾਇਲੋਗ ਯਾਦ ਹੈ ਤੁਹਾਨੂੰ ਅੱਜ ਵੀ? ਉਸ ਦੀ ਹੋਰ ਪਲੇ ਦਾ ਹੈ, ਉਹ ਤਾਂ ਬਹੁਤ ਪਹਿਲਾ ਪਲੇ ਸੀ। ਉਹਦੇ ਨਾਲ ਸੀਗਾ ਛੋਟਾ ਰੋਲ ਨਾ, ਬਾਬੂ ਜੀ क्या ये पिल्ला भी मार डालोगे, वो तो छोटे बड़े वाला कोई सुनना मैं सुनना है। अच्छा वो प्ले फिर पहला प्ले सी, उदों मेरी पाकिस्तान में मुलाकात भी हुई और मेरी नींद शुरू हो गई ड्रामे वाला इन्ना इंक्लिनेशन हुई। वो किदा भी हुई, वो कहते जी आज वो जो ड्रामा लिखिया वो रसल देखਣ ਆਉਣਗੇ। ਉਹਦੇ 'ਚ 2 ਲੜਕੀਆਂ ਸੀਗੀਆਂ ਜੀ, ਇੱਕ ਉਹਨਾਂ 'ਚੋਂ ਇੱਕ ਉਹਨਾਂ ਦੀ ਵਾਈਫ ਬਾਅਦ ਹੋ ਬਣੀ, ਹੁਣ ਤੱਕ ਪਾਕਿਸਤਾਨ ਪੂਰੇ ਹੋ ਗਏ ਜੀ। ਉਹ ਕਹਿੰਦਾ ਅਸੀਂ ਸੋਚਿਆ ਬਜ਼ੁਰਗ ਹੋਊਗਾ, 60 ਸਾਲ ਦਾ ਬੰਦਾ ਆਉਂਦਾ ਹੋਊਗਾ ਲਿਖਿਆ ਡਰਾਮਾ। ਪਹੁੰਚਾ ਤੇ 23-24 ਸਾਲ ਦਾ ਯੰਗ ਮੁੰਡਾ ਹੈਂਡਸਮ ਜਿਹਾ ਐਂਟਰ ਕੀਤਾ। ਅਸੀਂ ਬੜੇ ਕੌਨਸ਼ੀਅਸ ਹੋ ਕੇ ਆਪਣਾ ਰਿਹਰਸਲ ਕੀਤੀ। ਉਹ ਬੰਦੇ ਉੱਠ ਕੇ ਕੋਈ ਜਵਾਬ ਨਹੀਂ, ਕੋਈ ਨਹੀਂ ਕਿਹਾ ਵੀ ਕੈਸਾ ਹੈ ਕਿਆ ਇਹ ਕਰੋ ਨਾ। ਮੇਰੇ ਕੋਲ ਆਏ, ਕਹਿੰਦੇ ਤੁਹਾਨੂੰ ਮੈਂ ਦੇਖਿਆ ਤੁਹਾਡਾ ਜੋ ਸੀ ਕਰਦੇ ਸੀ ਆਟੋਮੈਟਿਕਲੀ ਤਾਂ ਅੰਗੂਠਾ ਵੀ ਤੱਕ ਐਕਟਿੰਗ ਕਰਦਾ ਸੀ ਚੀਜ਼ ਜੀ। ਪਰ ਮੈਂ ਤੁਹਾਨੂੰ ਇੱਕ ਸਲਾਹ ਦੇਣੀ ਹੈ, ਤੁਸੀਂ ਆਉਣ ਤੋਂ ਪਹਿਲਾਂ ਤੁਹਾਡਾ ਰੋਲ ਦਾ ਆਉਣ ਤੋਂ ਪਹਿਲਾਂ ਕਾਫੀ ਰੋਲ ਹੈ, ਤੁਸੀਂ ਐਨਰਜੀ ਲਾਸਟ ਟਾਈਮ ਆਪਣੇ ਕੋਲ ਰੱਖਣੀ ਸੀ। ਫਿਰ ਅਸਾਂ ਉੱਥੋਂ ਬਸ ਸਾਡੀ ਦੋਸਤੀ ਸ਼ੁਰੂ ਹੋਈ। ਖੈਰ ਵੱਡੀ ਗੱਲ ਹੈ ਜੀ। ਉਹ ਫਿਰ ਪਲੇ ਕੀਤਾ, ਕਾਫੀ ਸੈਕਿੰਡ ਆਇਆ ਸੀ ਯੂਥ ਫੈਸਟੀਵਲ 'ਚ। ਉਸ ਤੋਂ ਬਾਅਦ ਇੱਕ ਉਹਨਾਂ ਦਾ ਹੋਰ ਪਲੇ ਸੀ ਜਦ ਬਾਅਦ ਮੇਰੇ ਲਈ ਲਿਖਿਆ, ਉਹ ਸੀ ਖਲੀਲ ਜਬਰਾਨ ਦੀ ਕਹਾਣੀ ਸੀ, ਕਰਾਈ ਆਫ ਦ ਗ੍ਰੇਵਸ। ਖਲੀਲ ਜਬਰਾਨ ਬਹੁਤ ਵੱਡਾ ਪ੍ਰੋਫੈਸਰ ਹੋਇਆ, ਉਹਦੀ ਕਰਾਈ ਆਫ ਦ ਗ੍ਰੇਵਸ ਦੀ ਅਡੈਪਟੇਸ਼ਨ ਸੀ। ਉਸਦਾ ਨਾਮ ਥਾ, ਉਹਦਾ ਨਾਮ ਸੀ ਕਾਲੇ ਤਖਤ ਕਾਲੇ ਤਾਜ। ਉਹ 'ਚ ਸਟਾਰਟ 'ਚ ਉਹ ਸੁਣਾਊਂਗਾ ਤੁਹਾਨੂੰ ਮੈਂ। ਉਹਦੇ 'ਚ ਇੱਕ ਬਹੁਤ ਵੱਡਾ ਫਕੀਰ ਹੈ, ਜਿਹੜੇ ਫਕੀਰ ਹੈ ਉਹ ਜਲਦੀ ਰੋਂਦੇ ਵਿਚਲਦੇ ਨਹੀਂ ਹੁੰਦੇ। ਪਹੁੰਚੇ ਫਕੀਰ ਜੀ, ਉਹ ਆਪਣੀ ਝੌਂਪੜੀ ਕੋਲ ਆਉਂਦਾ ਹੈ। ਉਹਦੀ ਝੌਂਪੜੀ ਉਸ ਜੰਗਲ 'ਚ ਹੀ ਹੈ। ਉਹ 2 ਦਿਨ ਬਾਹਰ ਰਹਿ ਕੇ ਆਇਆ ਅਤੇ ਉਹ ਜੋ ਐਂਟਰ ਕਰਦਾ ਅਤੇ ਉੱਥੇ ਉਹ ਜੋ ਸੀਨ ਦੇਖਦਾ ਉਹਦੇ ਡਾਇਲਾਗ ਸੀ ਸ਼ੁਰੂ ਹੁੰਦਾ ਹੈ, ਪਿੱਛੋਂ ਅਜ਼ਾਨ ਦੀ ਆਵਾਜ਼ ਆ ਰਹੀ ਹੈ। ਉਹ ਬਜ਼ੁਰਗ ਕੱਪੜੀਆਂ ਲੱਕੜੀਆਂ ਦਾ ਇਕੱਠਾ ਟੰਗਿਆ ਅਤੇ ਨਾਲ ਪਾਣੀ ਪੀਣ ਦੀ ਜਗ੍ਹਾ ਅਤੇ ਐਂਟਰ ਕਰਦਾ। ਪਿੱਛੇ ਅਜ਼ਾਨ ਦੇ ਪੱਥਰ ਆਉਂਦਾ, ਉੱਤੇ ਇੱਕ ਸਮਾਨ ਰੱਖਦਾ, ਰੱਖ ਕੇ ਫਿਰ ਆਪਣਾ ਪਾਣੀ ਪੀਣ ਚੱਕਦਾ, ਦੇਖਦਾ ਉੱਥੇ 2 ਬੰਦੇ ਪਏ ਲੇਟੇ ਇੱਕ ਬੰਦਾ। ਕਹੋ ਖੁਦਾ ਕੇ ਬੰਦੋ कौन हो तुम लोग, शाम ढले जंगल में क्यों सो गए, मुझ गरीब की झोंपड़ी पास ही है, वहीं चल के रात काट लो, मुझ पर एहसान भी होगा। उन्हें खुल जाता है, या खुदा ये प्रदेश में रहने के बाद ये अपनी झोंपड़ी के करीब क्या देख रहा हूँ। इधर एक औरत की लाश और उधर एक बूढ़ा जिस्म रूह से खाली, और न जाने किसकी बद्दुआ उसके हाथ लग गई। खैर हो मेरी झोंपड़ी की और वहीद की। उठ रहे, झोंपड़ी में दिया तो रोशन है, वहीद भी वहीं होगा,
ਵਹੀਦੁਰ ਰਹਿਮਾਨ ਹੋ ਵਹੀਦੁਰ ਰਹਿਮਾਨ ਇਹ ਸਟਾਰਟ ਸੀ। ਵਾਹ, ਉਹ ਪੂਰੀ ਦੀ ਪੂਰੀ ਪਿਕਚਰ ਅੱਖਾਂ ਸਾਹਮਣੇ ਆ ਵੀ ਕਿਸ ਤਰ੍ਹਾਂ ਪਰਫਾਰਮ ਹੋਇਆ। ਮਤਲਬ ਮੈਂ ਬਾਅਦ ਵਿੱਚ ਦੱਸਣਾ ਚਾਹੁੰਦਾ ਜੀ ਜੇ ਡਰਾਮਾ ਇਜ਼ ਨਾਟ ਈਜ਼ੀ। ਬਿਲਕੁਲ ਸਰ। ਹੁਣ ਮੈਂ ਇਹ ਸੁਣਾ ਦਿੱਤਾ, ਲੇਕਿਨ ਜੇ ਮੈਂ ਡਰਾਮਾ ਰੋਲ ਕਰਦਾ ਸੀ ਮੇਕਅਪ ਕਰਵਾ ਕੇ, ਮੈਂ ਕੱਲਾ ਪੌਣਾ ਘੰਟਾ ਬੈਠ ਕੇ ਸੋਚਦਾ ਸੀ ਉੱਥੇ। ਇਹਨੂੰ ਮੈਸੇਜ ਐਕਟਿੰਗ ਕਹੀ ਜਾਂਦੀ ਹੈ। ਜੀ ਸਟੈਨਿਸਲਾਵਸਕੀ ਰਸ਼ੀਅਨ ਰਾਈਟਰ ਸੀ, ਸਟੈਨਿਸਲਾਵਸਕੀ। ਉਦੋਂ ਵੱਡਾ ਕੋਈ ਟੀਚਰ ਡਰਾਮੇ ਦਾ ਨਹੀਂ ਹੋਇਆ। ਉਹਦੀ ਕਿਤਾਬ ਹੈ ਜਿਹਦੇ ਪੜ੍ਹੇ ਬਿਨਾਂ ਕਹਿੰਦੇ ਕੋਈ ਐਕਟਰ ਬਣ ਨਹੀਂ ਸਕਦਾ। ਉਹਦਾ ਹੈ ਐਕਟਰ ਪ੍ਰੀਪੇਅਰਸ, ਬਹੁਤ ਵੱਡੀ ਕਿਤਾਬ ਹੈ, ਮੇਰੇ ਕੋਲ ਬੁੱਕ ਪਈ ਹੈ, ਮੈਂ ਪੜ੍ਹੀ ਬਹੁਤ ਵਾਰੀ। ਉਹਨੂੰ ਪੜ੍ਹ ਕੇ ਅਸੀਂ ਮੈਸੇਜ ਐਕਟਰ ਬਣਦੇ ਹਾਂ। ਹੁਣ ਮੈਂ ਜਦ DAV ਕੋਲ ਪੜ੍ਹਦਾ ਸੀ, ਲੋਕਾਂ ਨੇ ਕਹਿਣਾ ਜੀ ਦਲੀਪ ਕੌਰ ਦੇ ਡਾਇਲੌਗ ਸੁਣਾਓ। ਉਹਨੇ ਮੈਨੂੰ ਇੱਕ ਕੱਪ ਚਾਹ ਪਿਲਾ ਕੇ ਸੁਣਾਓ ਜੀ, ਮੈਂ ਸੁਣਾ ਦਿੰਦਾ ਸੀ। ਪਰ ਮੈਂ ਜੇ ਰੀਲ ਡਰਾਮਾ ਕਰਾਂ ਤੇ ਉਹਨੂੰ ਸੋਚਣਾ ਪੈਂਦਾ ਪਹੁੰਚਣ ਲਈ। ਵੈਸੇ ਅਸੀਂ ਦਲੀਪ ਕੌਰ ਦੇ ਡਾਇਲੌਗ ਆ, ਦੇਵਦਾਸ ਇੱਕ ਡਾਇਲੌਗ ਹੈ, ਉਹ 'ਚ ਤੁਸੀਂ 15 ਮਿੰਟ ਸੋਚੋਗੇ ਬੋਲੋਗੇ, ਬੋਲਣਾ ਪੈਂਦਾ ਸੀ। ਦੋਸਤਾਂ ਸੁਣਾਓ, ਬਹੁਤ ਵਾਰੀ ਸੁਣਾਓ ਤੁਸੀਂ, ਬਹੁਤ ਮਸ਼ਹੂਰ ਡਾਇਲੌਗ ਹੈ ਜੋ ਬਿਮਲਾ ਦੀ ਦੇਵਦਾਸ ਸੀ ਨਾ, ਜੀ ਜੀ ਚੰद्रमुखी ਕਹਿੰਦੀ ਹੈ और मैं पीओ बर्दाश्त नहीं कर सकोगे। वो कहता है कौन कमबख्त है जो बर्दाश्त करने के लिए पीता है, मैं तो बस पीता हूँ कि सांस ले सकूँ। यहाँ से उठकर जाने की ताकत नहीं रहती ना, कभी पड़ा रहता हूँ ऐसी जगह पर, देखता रहता हूँ तुम्हारे मुंह की तरफ, फिर भी बिल्कुल बेहोश नहीं होता। कुछ सोच मतलब मैं बोल देता है, ये सोच के करना वधिया बोलता, तो लगूगा भी। एक बार मैं एक बार डायलॉग बोलिया, बख्शिंदर एक थे पंजाबी ट्रिब्यून में काम करते सी, उन्होंने ते आर्टिकल लिखा, ਉਹਦੇ ਲਿਖਿਆ ਸੀ, ਕਹਿੰਦਾ ਅਗਰ ਦਲੀਪ ਕੁਮਾਰ ਆਪ ਦੂਜੇ ਪਾਸੇ ਇਹ ਸੁਣ ਰਹੇ ਹੋਵੇ, ਉਹ ਕਹੇ ਮੇਰੀ ਆਵਾਜ਼ ਕੌਣ ਬੋਲੀ ਜਾ ਰਿਹਾ ਹੈ, ਉਹਦਾ ਮੈਨੂੰ ਪੱਕਾ ਅੱਛਾ ਜਗਬਾਣੀ 'ਚ ਆਰਟੀਕਲ ਲਿਖਿਆ ਸੀ ਮੇਰੇ। ਉਦੋਂ ਮੈਨੂੰ ਬੈਸਟ ਪ੍ਰਾਈਜ਼ ਮਿਲਿਆ ਸੀ ਜੋ ਡਰਾਮੇ ਦਾ, ਉਦੋਂ ਉਹਨੇ ਮੈਨੂੰ ਆ ਕੇ ਪੂਰਾ ਆਰਟੀਕਲ ਲਿਖਿਆ ਸੀ। ਜੀ ਮਤਲਬ ਸਰ ਐਕਟਿੰਗ ਵਾਸਤੇ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ, ਜਿਵੇਂ ਹਨਾ ਅੱਜ ਕੱਲ ਤਾਂ ਦੇਖਿਆ ਜਾਵੇ ਤਾਂ ਬੜੇ ਸਾਰੇ ਇੰਸਟੀਚਿਊਟਸ ਇੱਦਾਂ ਦੇ ਆ ਗਏ ਨੇ ਜਾਂ ਐਕਟਿੰਗ ਸਕੂਲਸ ਇੱਦਾਂ ਦੇ ਆ ਗਏ ਨੇ। ਹੁਣ ਲੋਕਾਂ ਦਾ ਕਰੇਜ਼ ਵੱਧ ਰਿਹਾ ਕਿ ਅਸੀਂ ਐਕਟਿੰਗ ਸਿੱਖੀਏ, ਅਸੀਂ ਇਸ ਫੀਲਡ ਦੇ ਵਿੱਚ ਜਾਈਏ, ਹਰ ਕੋਈ ਐਕਟਰ ਬਣਨ ਦੇ ਬਾਰੇ ਸੋਚਦਾ ਹੈ ਨਾ। ਪਰ ਲੋਕਾਂ ਦੇ ਮਨ 'ਚ ਇਹ ਵੀ ਖਿਆਲ ਜਿਹੜਾ ਹੈਗਾ ਕਿ ਐਕਟਿੰਗ 2 ਜਾਂ 3 ਮਹੀਨਿਆਂ ਦੇ ਵਿੱਚ ਸਿੱਖੀ ਜਾਏਗੀ, ਜਾਂ ਇੰਸਟੀਚਿਊਟਸ ਇਹ ਕਹਿੰਦੇ ਨੇ ਕਿ ਤੁਸੀਂ 3 ਮਹੀਨੇ ਵਾਸਤੇ ਜੁਆਇਨ ਕਰੋ, ਤੁਹਾਨੂੰ ਐਕਟਿੰਗ ਅਸੀਂ ਸਿਖਾ ਦਾਂਗੇ। ਬਟ ਐਕਟਿੰਗ ਇੰਨੀ ਈਜ਼ੀ ਹੈ? ਮੈਂ ਤਾਂ ਆਪਣੀ ਐਕਸਪੀਰੀਅੰਸ ਨਾਲ ਤਾਂ ਇਹੀ ਕਹਾਂਗਾ, ਜਿਹਨੂੰ ਰੱਬ ਨੇ ਦਿੱਤੀ ਹੈ ਉਸ ਟੈਲੈਂਟ, ਉਹ ਗੁਣ ਉਹਨੂੰ ਵਧਾ ਸਕਦੇ ਹਾਂ ਹੋਰ ਜੀ। ਜਿਹਦੇ ਕੋਲ ਨਹੀਂ ਹੈ ਉਹਨੂੰ ਕੁਛ ਨਹੀਂ ਦੇ ਸਕਦੇ। ਹੁਣ ਮੈਂ ਤਾਂ ਦੱਸਣੇ ਲੱਗਾ ਸੀ, ਹਾਂ ਯਾਦ ਆ ਗਿਆ ਤੁਹਾਨੂੰ, ਗੱਲ ਦੱਸਣੀ ਸੀ। ਜਦੋਂ ਮੈਂ ਥੀਏਟਰ ਡਿਪਾਰਟਮੈਂਟ ਜੁਆਇਨ ਕੀਤਾ ਤੇ ਉੱਥੇ ਇੱਕ ਪਲੇ ਹੋਇਆ ਕੇਸਰੂ, ਜਿਸ ਮੇਨ ਰੋਲ ਮੈਨੂੰ ਦਿੱਤਾ ਗਿਆ। ਅੱਛਾ ਜੀ। ਗਾਰਗੀ ਸਾਹਿਬ ਬਹੁਤ ਵੱਡੇ ਆਦਮੀ ਹੈ, ਬਹੁਤ ਵੱਡੇ ਰਾਈਟਰ ਸਨ, ਔਰ ਲੇਕਿਨ ਮੇਰੀ ਉਹਨਾਂ ਨੂੰ ਥੋੜ੍ਹੀ ਜਿਹੀ ਬਣਦੀ ਨਹੀਂ ਸੀ। ਅਤੇ ਉਹਨਾਂ ਨੂੰ ਪਤਾ ਸੀ ਵੀ ਮੈਂ ਗਾ ਬਿਲਕੁਲ ਨਹੀਂ ਸਕਦਾ। ਮੈਂ ਤੁਹਾਨੂੰ ਦੱਸਾਂ ਟੈਲੈਂਟ ਕੀ ਹੁੰਦਾ। ਉਹਨਾਂ ਨੇ ਕਿਹਾ ਤੂੰ ਇੱਥੇ ਨਾ ਰੈਂਪ ਹੁੰਦਾ, ਜਿਸੇ ਥੀਏਟਰ ਸਟੇਜ ਆ ਨਾ, ਉਹਦੇ ਅੱਗੇ ਰੈਂਪ ਹੁੰਦਾ, ਵਿੱਚੋਂ ਦੀ ਆਇਆ ਸਾਡੇ ਉੱਥੇ ਥੀਏਟਰ 'ਚ। ਕਹਿੰਦਾ ਤੇ ਇੱਥੋਂ ਪੱਠਿਆਂ ਦੀ ਪਰੀ ਲੈ ਕੇ ਗਾਣਾ ਗਾਉਂਦੇ ਆਣਾ। ਅੱਛਾ। ਮੈਂ ਇੱਥੇ ਫਸ ਗਿਆ, ਮੈਂ ਕਿਹੜਾ ਗਾਣਾ, ਮੈਨੂੰ ਗਾਣਾ ਬਿਲਕੁਲ ਨਹੀਂ ਆਉਂਦਾ। ਮਤਲਬ ਤੁਸੀਂ ਮੈਨੂੰ ਇੱਕ ਲਾਈਨ 10 ਵਾਰੀ 20 ਵਾਰੀ ਗਵਾ ਲਓ ਆਪਣੇ ਨਾਲ, ਇਕੱਲਾ ਗਾਊਂਗਾ ਨਹੀਂ ਗਾ ਸਕੂੰਗਾ। ਹੁਣ ਮੈਂ ਨਾ ਵੀ ਨਹੀਂ ਕਰ ਸਕਦਾ, ਮੇਨ ਰੋਲ ਸੀ। ਮੈਂ ਬਾਹਰੋਂ ਐਵੇਂ ਉਹ ਤੇਰੀ ਕਣਕ ਦੀ ਰਾਖੀ ਮੁੰਡਿਆ, ਮੈਂ ਬਹਿੰਦੀ ਕਿ ਨਹੀਂ ਬਹਿੰਦੀ, ਜਦੋਂ ਕਰਦਾ ਗਲਤ ਸੀ ਕਰਦਾ। ਹੁਣ ਮੈਂ ਸੋਚਿਆ ਮੈਂ ਡਰਾਮਾ ਗਾਣਾ ਸਿੱਖ ਲਵਾਂ, ਮੈਂ ਨਹੀਂ। ਮੈਂ ਬਲਕਿ ਇੱਕ ਟਾਈਮ 'ਤੇ ਲੋਕਾਂ ਨੂੰ ਕਹਿੰਦਾ ਹੁੰਦਾ ਸੀ, ਆਫਟਰ 10th 10ਵੀਂ ਪਾਸ ਕਰਨ ਤੋਂ ਬਾਅਦ ਜਿੰਨੇ ਬੱਚੇ ਆ ਉਹਨਾਂ ਦਾ ਟੈਸਟ ਹੋਣਾ ਚਾਹੀਦਾ ਵੀ ਇਹ ਕਿਸ ਲਈ ਨਹੀਂ ਫਿੱਟ ਹੈ, ਇਹ ਇੰਜੀਨੀਅਰਿੰਗ ਫਿੱਟ ਹੈ। ਆਪਣੇ ਆਪ ਮਦਰ ਚਾਹੁੰਦੀ ਹੈ ਮੇਰਾ ਮੁੰਡਾ ਡਾਕਟਰ ਇੰਜੀਨੀਅਰ ਬਣੇ, ਪਿਓ ਚਾਹੁੰਦਾ ਮੇਰਾ ਡਾਕਟਰ ਬਣਨ ਦੇ ਲਾਇਕ ਹੈ ਕਿ ਨਹੀਂ, ਇਹ ਪਹਿਲਾਂ ਉਹੀ ਦੇਖੋ ਇਹਦੀ ਐਪਟੀਟਿਊਡ ਕੀ ਹੈ। ਐਪਟੀਟਿਊਡ ਦੇ ਹਿਸਾਬ ਨਾਲ ਲਾਈਨ ਅੱਗੇ ਕਰਨੀ ਚਾਹੀਦੀ ਹੈ, ਫਿਰ ਤੁਸੀਂ ਜ਼ਿਆਦਾ, ਕਿਉਂਕਿ ਗਲੈਮਰ ਲਾਈਨ ਹੈ। ਹੁਣ ਮੈਂ ਕੋਈ ਜਦੋਂ ਸੋਚਿਆ ਸੀ ਫਿਲਮਾਂ ਜਾਣਾ, ਤਾਂ ਮੈਂ ਐਡਾ ਹੈਂਡਸਮ ਤਾਂ ਸੀਗਾ ਹੀ ਨਹੀਂ, ਚਲੋ ਛੋਟੇ ਰੋਲ ਵੀ ਹੁੰਦੇ ਆ, ਪਰ ਮੈਨੂੰ ਸੋਚਣਾ ਚਾਹੀਦਾ ਸੀ ਪਹਿਲਾਂ, ਨਹੀਂ ਜਾ ਕੇ ਮੈਨੂੰ ਪਤਾ ਲੱਗਾ ਬਹੁਤ ਮਿਹਨਤ, ਕਿਸਮਤ ਔਰ ਸਿਫਾਰਸ਼ਾਂ ਕਈ ਕੁਛ ਚਾਹੀਦੀ ਹੈ। ਬਹੁਤ ਜ਼ਿਆਦਾ ਸਮੁੰਦਰ ਆ ਉਹ, ਤੇ ਪਹਿਲਾਂ ਹੀ ਕਰ ਲਓ ਤੁਹਾਨੂੰ ਗਿਲਾ ਨਹੀਂ ਹੋਊਗਾ। ਠੀਕ ਹੈ, ਮੈਨੂੰ ਇਸ ਲਈ ਇਹ ਮਹਿਸੂਸ ਨਹੀਂ ਹੁੰਦਾ ਵੀ ਮੈਂ ਬਹੁਤ ਕੁਛ ਗੇਨ ਕਰ ਰਿਹਾ, ਕੁਛ ਰਹਿ ਗਿਆ ਉਹਦੇ ਵਿੱਚ। ਮੈਂ ਕਹੂੰਗਾ ਕਿਸ ਕਰਕੇ ਰਹਿ ਗਿਆ, ਕੁਛ ਮੇਰੇ ਕਸੂਰ ਹੈ, ਕੁਛ ਕਿਸਮਤ ਦਾ ਕਸੂਰ ਹੈ। ਹੁਣ ਕਿਸਮਤ ਦਾ ਅੱਗੇ ਕਰ ਹੀ ਕੁਛ ਨਹੀਂ ਸਕਦਾ। ਬਿਲਕੁਲ ਜੀ, ਬਿਲकुल। ਸੋ ਸਰ ਗੱਲਾਂ ਬਾਤਾਂ ਹੋਰ ਵੀ ਬਹੁਤ ਨੇ। ਕਿਸਨੇ ਪਾਈ ਹੈ ਭਲਾ ਅਜ਼ੀਜ਼ ਕੀ ਤਲਖੀ ਸੇ ਨਿਜਾਤ, ਜੀ दुनिया की कुड़तन तो किने छुटकारा पाया, किसने पाई है भला अजीज की तलखी से निजात, चारों नाचार ये जहराब सभी पीते हैं, जा निसारी के फरेबिंद अफसानों पे न जा,
कौन मरता है मोहब्बत में सभी जीते हैं। लोग कहते ना तू ना मेरी मर जाऊंगा, ये सब ਗੱਪਾਂ ਹੁੰਦੀਆਂ ਸਰ ਹੋਰ ਵੀ ਬਹੁਤ ਸਾਰੀ ਸ਼ਾਇਰੀ ਜਿਹੜੀ ਉਹ ਤੁਹਾਡੇ ਕੋਲ ਅਸੀਂ ਸੁਣਨੀ ਹੈ ਕਿਉਂਕਿ ਤੁਹਾਡੇ ਅੰਦਰ ਬਹੁਤ ਕੁਝ ਹੈ ਜਿਹੜਾ ਅਸੀਂ ਸਿੱਖ ਸਕਦੇ ਹਾਂ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਪਰ ਇੱਥੇ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਤੇ ਸਾਡੇ ਅੱਜ ਦੇ ਮਹਿਮਾਨ ਨੇ ਵਿਨੋਦ ਧੀਰ ਜੀ। ਸਰ ਆਪਾਂ ਥੀਏਟਰ ਦੀਆਂ ਗੱਲਾਂ ਕਰਦੇ ਪਏ ਆ ਜੀ। ਥੀਏਟਰ ਦੇ ਵਿੱਚ ਕਈ ਇਦਾਂ ਕਿ ਕਈ ਲੋਕ ਅੱਜਕੱਲ ਕੀ ਆ ਟੈਕਨੋਲੋਜੀ ਬਹੁਤ ਵੱਧ ਗਈ ਆ, YouTube ਤੇ ਵੀ ਐਕਟਿੰਗ ਸਿੱਖਦੇ ਪਏ ਆ। ਹਾਂਜੀ ਸਰ, ਇਦਾਂ ਐਕਟਿੰਗ ਸਿੱਖਣੀ ਜ਼ਿਆਦਾ ਵਧੀਆ ਆ ਜਾਂ ਥੀਏਟਰ ਤੋਂ? ਮਤਲਬ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੀ ਐਕਟਿੰਗ ਸਿੱਖ ਸਕਦੇ ਆ? ਵੈਸੇ ਲੋਕ ਮੇਰੇ ਤੋਂ ਸੀਨੀਅਰ ਵੀ ਇਹੀ ਕਹਿੰਦੇ, ਮੈਂ ਵੀ ਇਹੀ ਸੋਚਦਾ ਕਿ ਥੀਏਟਰ ਤੋਂ ਬਹੁਤ ਅੱਛੀ ਐਕਟਿੰਗ ਸਿੱਖੀ ਜਾ ਸਕਦੀ ਹੈ ਕਿਉਂਕਿ ਕਿਸੇ ਚੀਜ਼ ਨੂੰ ਵਧਾਉਣਾ ਔਖਾ ਹੈ, ਘਟਾਉਣਾ ਬਹੁਤ ਸੌਖਾ ਹੈ। ਥੀਏਟਰ ਦੀ ਜਿਹੜੀ ਐਕਟਿੰਗ ਹੈ ਉਹਨੂੰ ਕਹਿੰਦੇ ਆ ਜੋ ਉਹਦੀ ਐਕਟਿੰਗ ਦੇ ਵਿੱਚ ਜੈਸਚਰਸ ਵੀ ਵੱਡੇ ਹੁੰਦੇ ਜੀ, ਐਕਸਪ੍ਰੈਸ਼ਨ ਵੀ ਵੱਡੇ ਹੁੰਦੇ ਜੀ, ਤੇ ਤੁਸੀਂ ਚੀਜ਼ ਨੂੰ ਵੱਡਾ ਤਾਂ ਕਰ ਸਕਦੇ ਹੋ, ਓਵਰ ਐਕਟਿੰਗ ਜ਼ਿਆਦਾ ਕੀਤੀ ਜਾ ਸਕਦੀ ਹੈ ਤੇ ਰਿਸਟ੍ਰੇਨਡ ਐਕਟਿੰਗ ਬਹੁਤ ਘੱਟ ਕੀਤੀ ਜਾ ਸਕਦੀ ਹੈ। ਜੇ ਤੁਸੀਂ ਕਹਿਣਾ ਹੋਵੇ तुम्हारी आँखें इतनी खूबसूरत है, ये औखा है, मतलब सौखा नहीं, अनौखा नहीं। ਉਹ ਪਲੇ ਦੇ ਵਿੱਚ ਸਟਾਰਟ 'ਚ ਇੱਕ ਸੀਨ ਦਿਖਾਉਂਦੇ ਆ ਵੀ ਜਿਹੜੀ ਲੜਕੀ ਔਰ ਲੜਕਾ ਆਪਸ ਵਿੱਚ ਲਵ ਕਰਦੇ ਆ ਤੇ ਕਾਲਜ 'ਚ ਬੈਠੇ ਇੱਕ ਬੈਂਚ ਰੱਖੀ ਸੀ ਉਹਨਾਂ ਨੇ, ਟੈਗੋਰ ਥੀਏਟਰ ਦੀ ਗੱਲ ਹੈ। ਮੈਂ ਇੱਕ ਪੈਰ ਰੱਖ ਕੇ ਬੈਂਚ 'ਤੇ ਖੜਾ ਇੱਦਾਂ ਕਰ ਬੈਠਾ ਤੇ ਲੜਕੀ ਬੈਠੀ ਹੈ। ਮੈਂ ਕਹਿੰਦਾ कल कॉलेज से छुट्टियाँ हो जाएंगी। वो कहती कल कॉलेज से छुट्टियाँ हो जाएंगी। मैं कहूँ फिर हम मिलेंगे कैसे? इदा ज़्यादा चल रहा है। कहते लाउड बोलिए। टैगोर ਦੇ ਵਿੱਚ ਮਾਈਕ ਨਹੀਂ ਲੱਗਦੇ ਸੀ ਉਦੋਂ, ਪੁਰਾਣਾ ਜਦ ਟੈਗੋਰ ਥੀਏਟਰ ਸੀ ਨਾ ਉਹ 'ਚ ਮਤਲਬ मैं कहा जी फिर जे मैं बोला कल कॉलेज में छुट्टियाँ हो जाएंगी, मैं क्या रोमांस खत्म हो जाता है जी? कहता नहीं, ये थिएटर ऐसा है इन्ना ਉੱਚੀ नहीं बोलो लेकिन थोड़ा ਜਿਹਾ ਉੱਚੀ बोलो जी। तो थिएटर ਦੇ ਵਿੱਚ ਸਾਨੂੰ ਜੇ ਮੈਂ ਹੁਣ ਡਾਇਲੌਗ ਬੋਲਦਾ ਜਿਵੇਂ ਆਪਣੇ ਰੇਡੀਓ ਤੇ ਨਾ, ਉਦੋਂ ਬਹੁਤ ਹੀ ਮੈਂ ਐਸੇ ਡਾਇਲੌਗ ਬੋਲਦਾ ਇੱਥੇ ਪਲੇ ਕਰਦਾ। ਤੁਸੀਂ ਸਿਰਫ ਇਹਨੂੰ ਵਿਸਪਰ ਵੀ ਕਹੋਗੇ ਨਾ, ਤੁਹਾਡੇ ਬਿਨਾਂ ਮੈਂ ਜੀ ਨਹੀਂ ਸਕਦਾ, ਉਹ ਵੀ ਆਊਗਾ ਉੱਥੇ ਥੀਏਟਰ 'ਚ। ਥੀਏਟਰ ਤੁਸੀਂ ਜਦੋਂ ਵਾਈਡ ਕਰਦੇ ਹੋ ਤੇ ਉਹ ਸੈਕੰਡਰੀ ਉਹਦੇ 'ਚ ਰਿਐਕਸ਼ਨ ਇੱਕਦਮ ਹੈ ਤੁਹਾਡੇ ਸਾਹਮਣੇ ਜੀ। ਅੱਛਾ ਡਾਇਲੌਗ ਬੋਲਤਾ ਤੇ ਤਾੜੀਆਂ, ਲੋਕਾਂ ਨੇ ਕਾਮੇਡੀ 'ਚ ਡਾਇਲੌਗ ਬੋਲਿਆ ਲੱਸੇ ਸਕਸੈਸਫੁਲ, ਉਹ ਤੁਹਾਨੂੰ ਲੱਗਦਾ ਵੀ ਮੈਂ ਸਾਹਮਣੇ ਆ ਕੇ ਟੈਸਟ ਦੇ ਰਿਹਾ। ਬਾਕੀ YouTube ਤੇ ਮਾਈ ਡੋਂਟ ਥਿੰਕ ਤੁਸੀਂ ਐਕਟਿੰਗ ਸਿੱਖ ਸਕਦੇ ਹੋ ਕੁਛ ਖਾਸ ਜੀ ਜੀ, ਕਿਉਂਕਿ ਐਕਟਿੰਗ ਦੇ ਵਿੱਚ ਕੱਲੀ ਇਹ ਨਹੀਂ ਵੀ ਐਕਟਿੰਗ ਹੈ, ਤੁਸੀਂ ਜਿਸ ਲੈਂਗੁਏਜ ਬੋਲ ਰਹੇ ਹੋ ਉਹਦੀ ਮਾਸਟਰੀ, ਉਹਦਾ ਪ੍ਰੋਨਾਂਸੀਏਸ਼ਨ। ਜੋ ਉਰਦੂ ਬੋਲ ਰਹੇ ਹੋ ਤਾਂ ਤੁਸੀਂ ਬੋਲ ਗਏ ਵੀ भड़क उठे हैं जज्बात, सारे जज्बात खराब हो जाएंगे, जज्बात नहीं कह सकता। सर एक मेरा पर्सनल क्वेश्चन है कि ये भी एक धारणा बनी हुई है कि थिएटर ਦੇ ਵਿੱਚ ਜਿਹੜੀ ਬੇਸ ਹੈ ਜਿਹੜੀ ਆਵਾਜ਼ ਦੀ ਉਹ ਬਹੁਤ ਜ਼ਰੂਰੀ ਹੈ। ਇਹ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਹੈ? ਇਹ ਗਲਤ ਵੀ ਹੈ, ਸਹੀ ਇਸ ਵਾਸਤੇ ਜੇ ਤੁਸੀਂ ਹੀਰੋ ਦਾ ਰੋਲ ਕਰਨਾ ਚਾਹੁੰਦੇ ਹੋ ਜੀ। ਤੇ ਜੇ ਹੁਣ ਇੱਕ ਨੌਕਰ ਆ ਕਵੇ ਮਾਲਿਕ आपके लिए क्या लाऊं, वो लगता नहीं होगा मालिक आपके लिए क्या, वो जो बातें हैं ना वो करैक्टर से, लेकिन बेस था इससे वॉइस जो भगवान ने दी आप जी। ਹੁਣ ਇਸ ਵੇਲੇ ਦੇਖੀਏ ਅਮਿਤਾਭ ਬੱਚਨ ਦੀ ਬਹੁਤ ਬੇਸ ਵੌਇਸ ਜੀ, ਅਮਰੀਸ਼ ਪੁਰੀ ਦੀ ਬਹੁਤ ਬੇਸ ਜੀ, ਲੇਕਿਨ ਜੋ ਡਾਇਲੌਗ ਡਿਲੀਵਰੀ ਦਿਲੀਪ ਕੁਮਾਰ ਦੀ ਹੈ ਉਹ ਨੇੜੇ ਨਹੀਂ ਲੱਗਣ ਦਾ ਕਿਸੇ ਨੂੰ। ਤੁਸੀਂ ਆਪਣੀ ਵੌਇਸ ਵਿੱਚ ਸਭ ਚੀਜ਼ ਤੁਸੀਂ ਆਪਣੀ ਇੱਕ ਜੋ ਦਿੱਤਾ ਰੱਬ ਨੇ ਉਹਨੂੰ ਇੰਨਾ ਯੂਜ਼ ਕਰੋ ਵੀ ਤੁਸੀਂ ਬਾਕੀ ਨੂੰ ਆਊਟਸ਼ਾਈਨ ਕਰ ਦਿਓ, ਇੱਕ ਆਪਣੀ ਪਹਿਚਾਣ ਬਣਾ ਲਓ। ਹੁਣ ਉਹਦੇ ਵਿੱਚ ਤੁਸੀਂ ਦੇਖੋ ਆਮ ਇੰਟਰਵਿਊ ਆਉਂਦਾ, मैं कई बार सुनता भी है, अपना अमिताभ बच्चन कहता आप आजकल की पौध के लिए नई देवदास अच्छी है जिसमें शाहरुख खान है जी, कहता लेकिन हमने तो पुरानी देवदास देखी है दिलीप कुमार की, उसी के साथ जी रहे हैं। वो कहता भी मतलब जवाब ही नहीं सी उन लोगों को, ये भी होंगे से अपनी पौध का। लेकिन मैं कहूँगा भी जो आर्ट है ये पैमाना नहीं बदलता। ਹੁਣ ਤੁਸੀਂ ਪਵਾਂ ਨਵੇਂ ਅੱਜ ਕੱਲ੍ਹ ਦੇ ਮੁੰਡੇ ਆ, ਮੈਂ ਅਸੀਂ ਐਕਟਰਸ ਐਕਟਰਸ ਆ ਰਹੀਆਂ ਜਿਹਨੇ ਫੀਲਿੰਗ ਨਹੀਂ ਆਉਂਦੀ, ਕਹਿੰਦੇ मैं तुमसे प्यार करता हूँ, तुम मुझसे प्यार करती हो, मैं तुमसे प्यार करता हूँ, क्या तुम मुझसे प्यार करती हो? जब तक फीलिंग नहीं आऊगी ना गल बनती नहीं जी जी। ये मतलब जस्ट जब मैं हाँ जिनमें मूड ना कोई डायलॉग बोला जाए ना ਉਹੀ ਲੋਕਾਂ ਤੱਕ ਪਹੁੰਚਦੇ। ਸੋ ਸਰ ਅੱਜ ਕੱਲ ਜਿਹੜਾ ਥੀਏਟਰ ਹੈ ਉਹ ਵੀ ਘਟਦਾ ਜਾ ਰਿਹਾ ਲੋਕਾਂ ਦੇ ਵਿੱਚ। ਪਹਿਲਾਂ ਥੀਏਟਰ ਹੁੰਦਾ ਸੀ ਕਿਸੇ ਲੈਵਲ ਤੇ, ਜਾਂ ਕਹਿ ਲਓ ਕਿ ਜਿਹੜੇ ਗੁਰੂ ਹੁੰਦੇ ਸੀ, ਸਿਖਾਉਣ ਵਾਲੇ ਹੁੰਦੇ ਸੀਗੇ, ਉਹਨਾਂ ਦੀ ਮਾਰ ਵੀ ਬਹੁਤ ਪਈ ਹੈ ਆਰਟਿਸਟਾਂ ਨੂੰ। ਪਰ ਅੱਜ ਕੱਲ ਜੇ ਥੀਏਟਰ ਦੇਖਿਆ ਜਾਵੇ ਤਾਂ ਉਹਦਾ ਪੱਧਰ ਕਿਤੇ ਨਾ ਕਿਤੇ ਘਟਦਾ ਜਾ ਰਿਹਾ। ਇਸ ਦਾ ਕੀ ਕਾਰਨ ਹੈ ਤੇ ਤੁਸੀਂ ਵੀ ਇਸ ਗੱਲ 'ਚ ਬਿਲੀਵ ਕਰਦੇ ਹੋ?
ਗੱਲ ਤਾਂ ਠੀਕ ਵੀ ਹੈ, ਪਰ ਜੀ। ਇਹਦਾ ਅੱਜ ਕੱਲ੍ਹ ਦੀ ਪੌਦ ਔਰ ਹੋਰ ਕਈ ਮੀਡੀਆ ਆ ਗਿਆ ਜੇ ਥਰੂ ਸੀ ਆਪਣਾ ਸ਼ੌਕ ਪੂਰਾ ਕਰ ਲੈਂਦੇ। ਜੀ। ਇੱਕ ਜ਼ਮਾਨਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਆਰਟਿਸਟ ਨੂੰ ਜੇ ਕਹੀਏ ਵੀ ਤੂੰ ਫਿਲਮਾਂ ਵਿੱਚ ਚਲਾ ਜਾ, ਉਹ ਕਹਿੰਦੇ ਵਹਾਂ ਕਿਆ ਹੈ, ਕੁਛ ਵੀ ਨਹੀਂ ਹੈ, ਤਾਰੀਫ ਕਰਕੇ ਹੈ ਫਲਾਂ। ਉਹ ਕਹਿੰਦੇ ਅਸੀਂ ਮੈਂ ਕਹਿੰਦਾ ਰਿਹਾ, ਮੈਂ ਉਹਨਾਂ ਨੂੰ ਪੁੱਛਣਾ ਸਰ ਤੁਸੀਂ ਬੰਬੇ क्यों नहीं जाते, वहाँ क्या है, तारीफ कर क्या करता है, उसको भी कुछ अच्छा ऐसा कर दे। उदों ये सीगा उन्होंने ख्याल। बाद में जो नसीरुद्दीन अली शाह और अनुपम खेर, ये मेरा बहुत अच्छा दोस्त भी है, और दूसरे से नसीर तो बाद अनुपम खेर होया जरा लुधियाने का लड़का पंकज कपूर, नसीरुद्दीन अली शाह, ओम शिवपुरी, ये थिएटर के थंब सी। इन्होंने बॉम्बे जाके अपना कदम जमाया, अपनी पहचान भी बनाई। इस वास्ते कोई ज़रूरी नहीं वो अपने एक अलग किस्म का मीडिया, लेकिन बहुत लंबा फर्क नहीं। रेडियो, टीवी, फिल्म और थिएटर, ये बहुत लंबा चौड़ा फर्क नहीं। टीवी तो फिल्म तो बहुत ही घट रह गया फर्क। तो थिएटर के भी वो सैटिस्फैक्शन ज़्यादा बंदे नूं। एक एक्टर जो कुछ करता ਹੁਣ ਸਾਨੂੰ ਫਿਲਮ ਬਣਾ ਕੇ ਲਾਤੀ ਲੋਕ ਕੀ ਕਹਿੰਦੇ ਥੀਏਟਰ ਉਹ ਐਕਟਰ ਤਾਂ ਨਹੀਂ ਉੱਥੇ, ਉਹ ਫਿਲਮ ਦੇਖ ਕੇ ਆਪਣੇ ਵਿਊਜ਼ ਦੇ ਰਹੇ। ਇੱਥੇ ਵਿਊ ਸਾਹਮਣੇ ਮਿਲ ਜਾਣੇ ਜੀ, ਜੋ ਤੁਸੀਂ ਕਰ ਦਿੱਤਾ ਅੱਛਾ ਫਿਰ ਉੱਥੇ 10 ਵਾਰੀ ਰਿਪੀਟ ਕਰਕੇ ਇੱਕ ਸੀਟ ਕਈ 16 ਕੱਟ ਹੁੰਦੇ ਆ, ਜੋ ਕਰਤਾ ਇੱਕ ਵਾਰੀ ਕਰਤਾ ਜੀ ਮੂੰਹ ਗਲਤ ਨਿਕਲ ਗਿਆ। ਤੇ ਇਸ ਵਾਸਤੇ ਇਹ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਵੀ ਤੁਹਾਨੂੰ ਅੱਛਾ ਟੈਸਟਿੰਗ ਇਟ ਇਜ਼ ਮੋਰ ਟੈਸਟਿੰਗ ਦੈਨ ਅਦਰ ਫੀਲਡਸ ਜੀ। ਪਰ ਹਰ ਕੋਈ ਆਪਣੇ ਆਪਣੀਆਂ ਫਾਈਨੈਸ ਹੈ, ਆਪਣੀ ਐਰਰਸ ਹੈ, ਸਭ ਦੀਆਂ ਆਪਣੀਆਂ ਆਪਣੀਆਂ। ਹਰ ਫੀਲਡ ਦੇ ਆਪਣੇ ਕੁਛ ਅੱਛੀਆਂ ਚੀਜ਼ਾਂ ਵੀ ਕੁਛ ਬੁਰੀਆਂ ਵੀ ਜੀ। ਸਰ ਜਲੰਧਰ ਦੇ ਥੀਏਟਰ ਦੀ ਗੱਲ ਕੀਤੀ ਜਾਵੇ, ਜਲੰਧਰ ਦਾ ਥੀਏਟਰ ਜ਼ਿਆਦਾ ਵਧਿਆ ਫੁੱਲਿਆ ਨਹੀਂ, ਕੀ ਕਾਰਨ ਇਸ ਪਿੱਛੇ? ਦੇਖੋ ਥੀਏਟਰ ਦੀ ਗੱਲ ਤਾਂ ਇਹ ਹੈ ਪੰਜਾਬ ਦੇ ਵਿੱਚ, ਵੈਸੇ ਬਾਕੀ ਸੂਬੇ ਨਾਲ ਥੱਲੇ ਹੈ, ਗੁਜਰਾਤ, ਮਹਾਰਾਸ਼ਟਰ, ਬੰਗਾਲ ਜੀ, ਲੇਕਿਨ ਇੱਥੇ ਥੀਏਟਰ ਸਹੀ ਕਿਸਮ ਨਾਲ ਆਇਆ ਹੀ ਨਹੀਂ ਉਸ ਲੈਵਲ ਦਾ ਜੀ। ਬਲਕਿ ਅਸੀਂ ਰਾਈਟਰ ਵੀ ਦੇਖੀਏ ਤੇ ਹਿੰਦੀ ਦੇ ਬਹੁਤ ਅੱਛੇ ਪਲੇ ਰਾਈਟ ਜਿਹੜੇ ਥੀਏਟਰ ਦੇ ਕਰਨ ਵਾਲੇ, ਉਹਨਾਂ 'ਚ ਮੋਹਨ ਰਾਕੇਸ਼, ਸੁਰਿੰਦਰ ਵਰਮਾ, ਦਿਨਕੇ। ਉੱਥੇ ਤੁਸੀਂ ਬੰਗਾਲ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਬੰਗਾਲ ਦੇ ਵਿੱਚ ਬਾਦਲ ਸਰਕਾਰ ਹੈ, ਬਹੁਤ ਬੜਾ ਪਲੇ ਰਾਈਟਰ, ਵੈਸੇ ਪਲੇ ਲਿਖੇ ਉਹਨੇ, ਪਗਲਾ ਘੋੜਾ ਕਿਆ ਕਿਆ ਪਲੇ ਹੈ। ਔਰ ਇੱਧਰਲੇ ਪਾਸੇ ਹੈਗੇ ਅਜੇ ਮਰਾਠੀ ਰਾਈਟਰ ਵਿਜੇ ਤੇਂਦੁਲਕਰ ਜਿਹਨੇ ਬੇਬੀ ਲਿਖਿਆ, ਆਪਣਾ ਖਾਮੋਸ਼ ਅਦਾਲਤ ਜਾਰੀ ਹੈ, ਸ਼ਾਂਤਤਾ ਕੋਰਟ ਚਾਲੂ ਹੈ ਲਿਖਿਆ, ਬਹੁਤ ਅੱਛੇ ਅੱਛੇ ਪਲੇ ਲਿਖੇ ਜੀ। ਪੰਜਾਬ 'ਚ ਇੰਨਾ ਨਹੀਂ ਸੀਗਾ, ਲੇਕਿਨ ਹੁਣ ਜਿਹੜਾ ਥੀਏਟਰ ਡਿਪਾਰਟਮੈਂਟ ਦੋ ਖੁੱਲ੍ਹ ਗਏ, ਕੁਛ ਲੋਕਾਂ ਦਾ ਟੀ ਵੀ ਦਾ ਨਾਲ ਸਾਰਾ ਜਗ੍ਹਾ ਲੋਕਾਂ ਨੂੰ ਪਤਾ ਲੱਗ ਗਿਆ ਕਿੱਦਾਂ ਕਰਨਾ ਹੈ। ਹੁਣ ਥੋੜ੍ਹਾ ਹੋ ਰਿਹਾ, ਪਰ ਉੱਥੇ ਇੰਫਰਾਸਟਰਕਚਰ ਚਾਹੀਦਾ ਪੂਰਾ। ਜਦੋਂ ਦੀ ਨਾਟਸ਼ਾਲਾ ਖੁੱਲ੍ਹੀ ਹੈ ਅੰਮ੍ਰਿਤਸਰ 'ਚ, ਥੀਏਟਰ ਉੱਥੇ ਜਲੰਧਰ ਤੋਂ ਜ਼ਿਆਦਾ ਕੀ ਚੰਡੀਗੜ੍ਹ ਤੋਂ ਵੀ ਜ਼ਿਆਦਾ ਹੋ ਰਿਹਾ। ਟੈਗੋਰ ਕਰਕੇ ਚੰਡੀਗੜ੍ਹ ਥੀਏਟਰ ਹੋਇਆ, ਪਟਿਆਲੇ 'ਚ ਟਿਵਾਣਾ ਥੀਏਟਰ ਹੈ, ਔਰ ਉੱਥੇ ਦੇ ਪੁਰਾਣੇ ਥੀਏਟਰ ਡਿਪਾਰਟਮੈਂਟ ਕਰਕੇ ਉੱਥੇ ਵੀ ਥੀਏਟਰ ਹੋ ਰਿਹਾ ਜੀ। ਹੁਣ ਫਿਰੋਜ਼ਪੁਰ ਵਗੈਰਾ ਵਿੱਚ ਕੋਈ ਨਹੀਂ ਹੋ ਰਿਹਾ। ਜਲੰਧਰ 'ਚ ਯੂਥ ਫੈਸਟੀਵਲ ਹੁੰਦਾ ਸੀ, ਉੱਥੇ ਵੀ ਲੋਕਾਂ ਨੂੰ ਸ਼ੈਕ ਕੱਟ ਗਿਆ। ਇੱਥੇ ਕਾਲਜ 'ਚ ਉਹਨਾਂ ਨੂੰ ਜ਼ੋਰ ਨਹੀਂ ਲੱਗਦਾ। ਕੁਛ ਕਾਲਜ ਹੈ ਇਹ HME ਵਗੈਰਾ ਜਿਹੜੇ ਇਹ ਥੋੜ੍ਹੇ ਜ਼ਿਆਦਾ ਕਰਦੇ ਆ, ਵਰਨਾ ਬਹੁਤ ਹੁਣ ਮੈਂ ਯੂਥ ਫੈਸਟੀਵਲ ਉਹਨਾਂ ਕਰੇਜ਼ ਜੀ। ਸੋ ਇਹ ਤਾਂ ਸਾਰੀਆਂ ਥੀਏਟਰ ਦੀਆਂ ਗੱਲਾਂ ਬਾਤਾਂ ਹੋਈਆਂ ਸਰ। ਹੁਣ ਜੇਕਰ ਕਿਸੇ ਨੇ ਰੇਡੀਓ ਜੁਆਇਨ ਕਰਨਾ ਹੋਵੇ, ਰੇਡੀਓ ਦੇ ਵਿੱਚ ਆਪਣੀ ਮਤਲਬ ਜੌਬ ਕਰਨੀ ਹੋਵੇ, ਤੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਆਪਣੀ ਵੌਇਸ ਤੇ ਕਿਵੇਂ ਕੰਮ ਕਰਨਾ ਚਾਹੀਦਾ? ਵੌਇਸ ਕਲੈਰਿਟੀ ਜੀ, ਸੈਕੰਡਲੀ ਮਿਠਾਸ ਜੀ, ਥਰਡ ਦੇਖੀਏ ਸਟਾਈਲ ਹੁੰਦੇ ਆ। ਅੱਜ ਕੱਲ੍ਹ ਜਿਹੜਾ ਸਟਾਈਲ ਹੈ ਤੁਸੀਂ ਅੱਜ ਕੱਲ੍ਹ ਦੇਖ ਰਹੇ ਹੋ ਜਿਹੜੇ FM 'ਚ, ਇਹ ਪਿੱਛੇ ਜੀ ਕੁਛ ਸ਼ੁਰੂ ਹੋਇਆ ਸੀ ਜਿਹੜਾ ਤੇਜ਼ ਬੋਲਦੇ ਆ। ਹੁਣ ਅਗਰ ਤੁਸੀਂ ਫਸ ਕਰੋ ਕੋਈ ਗਜ਼ਲ ਸੁਣਾਣੀ ਹੈ ਬਈ, ਗਜ਼ਲ ਦੀ ਲਾਈਨਾਂ ਬੋਲਣੀਆਂ, ਗਜ਼ਲ ਇੰਨੀ ਅੱਛੀ ਲਿਖੀ ਹੋਵੇ ਸ਼ਾਇਰ ਨੇ, ਔਰ ਉਹਦਾ ਹੋਵੇ ਵੀ ਉਹਨੂੰ ਤੁਸੀਂ ਤੇਜ਼ ਬੋਲਦੇ ਹੋ। ਇੱਕ ਫਸ ਕਰੋ ਗਜ਼ਲ ਹੈ, ਗਮ ਬੜੇ ਆਤੇ हैं कातिल की निगाहों की तरह, ऐ दोस्त मुझे छिपा ले गुनाहों की तरह ਜੀ। ਹੁਣ ਜੇ ਤੁਸੀਂ ਇਹ ਬੋਲਦੇ ਹੋ ਅੱਜ ਕੱਲ੍ਹ ਦੇ ਅਨਾਊਂਸਰਸ ਜਿੱਦਾਂ ਆਪਣਾ FM 'ਚ ਬੋਲਦੇ ਹੈ, ਜੇ ਬੋਲੋਗੇ ਗਮ ਬੜੇ ਆਤੇ हैं कातिल की निगाहों की तरह, ऐ दोस्त मुझे छिपा ले, ਹਾਸਾ ਲੱਗੂਗਾ। ਇੰਨੀ ਵਧੀਆ ਗਜ਼ਲ ਫਿਰ ਸੇ ਬੋਲੋਗੇ। समात फरमाइए तलत महबूब की आवाज़ में गज़ल जी। गम बड़े आते हैं कातिल की निगाहों की तरह, ऐ दोस्त मुझे छिपा ले गुनाहों की तरह। वो खूबसूरत गल जल्दी इस हर जो फर्ज करो हमारे अनाउंसर का मतलब की होंगे उन्हें तुहाडे तक गल पहुँचानी है, उस गल का बेस जो है पहुँचाना है। तभी जो न्यूज़ रीडर खबर बोलता है वो कहूँगा आज एक कश्ती के डूब जाने से 12 आदमी मर गए,
ਤੇ ਜੇ ਹੁਣ ਕਦੇ ਮੈਂ ਫੀਲ ਕਰਨਾ ਹੈ ਅਨਾਉਂਸਰ ਕਦੀ ਕਹੂਗਾ ਅੱਜ ਕਸ਼ਤੀ ਕੇ ਡੂਬ ਜਾਣੇ ਸੇ 12 ਆਦਮੀ ਮਰ ਗਏ ਨਹੀਂ ਕਹੂਗਾ, ਲੇਕਿਨ ਉਹਦੀ ट्यून सोबर हो जाओगी। वो नहीं कहूँगा जो हंस के बोलता आज कश्ती के डूब जाने से 12 आदमी मर गए, नहीं कहूँगा। अनाउंसर ने मूड लेना है लेकिन एक्ट नहीं करना। ही इज ए मीडिया टू say things for you but he is not a character like for that। ਸਰ ਸਾਡੇ ਕੋਲ ਸਮਾਂ ਘੱਟ ਰਹਿ ਗਿਆ ਬਟ ਇੱਥੇ ਇੱਕ ਮੈਂ ਚੀਜ਼ ਪੁੱਛਣਾ ਚਾਹੂੰਗਾ ਕਿ ਆਵਾਜ਼ ਜਿਹੜੀ ਤੁਸੀਂ ਆਵਾਜ਼ ਦੀ ਗੱਲ ਕੀਤੀ ਵੌਇਸ ਕਲੈਰਿਟੀ ਇਹ ਕਿਸ ਤਰ੍ਹਾਂ ਆਉਂਦੀ ਹੈ? ਇਹ ਮੇਰੇ ਕੋਲ ਲੋਕ ਪੁੱਛਦੇ ਮੈਂ ਜਵਾਨ ਸੀ ਹੁਣ ਮੇਰੀ ਵੀ ਨਹੀਂ ਰਹੀ ਕਲੈਰਿਟੀ। ਮੈਂ ਤੇ ਉਹਦੇ ਮੈਂ ਬਹੁਤ ਮਿਹਨਤ ਕਰਨੀ ਪੈਂਦੀ। ਤੁਸੀਂ ਕੋਈ ਲਾਊਡ ਰੀਡਿੰਗ ਸਵੇਰੇ ਲੈ ਕੇ ਕੋਈ ਨੋਵਲ ਵੈਸੇ ਹੀ ਪੜ੍ਹਨਾ ਪਰ ਲਾਊਡਲੀ ਪੜ੍ਹੋ, ਜਸਟ ਉਹਨੂੰ ਡਰਾਮਾ ਨਾ ਲਿਆਓ, ਲਫ਼ਜ਼ ਸਾਫ਼ ਨਜ਼ਰ ਆਉਣ ਜੀ। ਜਿਹਦੇ ਇਹ ਕਹਿਣਾ ਹੋਵੇ ਤੁਸੀਂ ਬਈ आज मैं वहाँ गया वहाँ पर आसाराम खड़ा था, मैंने कहा आज सवेरे सवेरे कहाँ, तो उसने ड्रामा नहीं करना सिर्फ साहब उधर तो क्लैरिटी आ जाएगी। फिर पढ़ो सी मैं उर्दू पढ़िया नहीं वैसे बाद आपसे अपी सीखिया पर मैं बचपन ਦੇ ਵਿੱਚ ਸਾਹਿਤ ਦੀਆਂ ਕਿਤਾਬਾਂ ਜਾਂ ਹੋਰ ਕਿਤਾਬਾਂ ਲੈ ਕੇ ਰੀਡਿੰਗ ਕਰਨੀ ਚਾਹੀਦੀ, ਹਿੰਦੀ ਚ ਹੁੰਦੀ ਸੀ, ਥੱਲੇ ਲਫ਼ਜ਼ ਹੁੰਦੇ ਸੀ ਉਹਦਾ ਮਤਲਬ ਲਿਖਿਆ ਸੀ। ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ ਚਾਹੀਦਾ। ਸੋ ਸਰ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਅੱਜ ਤੁਹਾਡੇ ਨਾਲ ਤੇ ਬਹੁਤ ਕੁਝ ਸਿੱਖਣ ਨੂੰ ਸਾਨੂੰ ਵੀ ਮਿਲਿਆ ਤੇ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਸਮਾਂ ਸਾਡੇ ਕੋਲ ਹੁਣ ਬਿਲਕੁਲ ਥੋੜਾ ਹੈ, ਸੋ ਪ੍ਰੋਗਰਾਮ ਖਤਮ ਕਰਨ ਦਾ ਵੀ ਸਮਾਂ ਹੋ ਚੁੱਕਿਆ ਹੈ। ਸੋ ਇਸੇ ਦੇ ਨਾਲ ਹੀ ਪ੍ਰੋਗਰਾਮ ਨੂੰ ਇੱਥੇ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇੱਥੇ ਆਏ। ਮੈਂ ਵੀ ਤੁਹਾਡੇ ਕੋਲ ਬਹੁਤ ਕੁਝ ਸਿੱਖਿਆ ਕਿਉਂਕਿ ਮੈਂ ਕਿਸੇ ਵੇਲੇ ਬਹੁਤ ਸਾਫ਼ ਬੋਲਦਾ ਸੀ, ਕਈ ਵਾਰੀ ਵਿੱਚ ਮੈਂ ਸਾਫ਼ ਨਹੀਂ ਬੋਲਿਆ, ਤੁਸੀਂ ਹਮੇਸ਼ਾ ਸਾਫ਼ ਬੋਲਦੇ ਹੋ। ਨਹੀਂ ਸਮਝ ਮੈਂ ਸਾਫ਼ ਬੋਲਦਾ ਸੀ ਸਰ, ਇਹ ਵੀ ਥੀਏਟਰ ਦੀ ਦੇਣ ਹੈ। ਸੋ ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ। ਸੋ ਇਹਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਵੇਗੀ। ਉਦੋਂ ਤੱਕ ਦੇ ਲਈ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦਾ YouTube ਚੈਨਲ ਤੇ Facebook ਪੇਜ ਲਾਈਕ ਕਰਨਾ ਹੈ। ਹੁਣ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।